ਸਤਨਾਮ ਵਾਹਿਗੁਰੂ ਸਾਹਿਬ ਜੀ। ਤਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹਿਓ ਭਰ। ਪਨ ਮਥੁਰਾ ਕਛ ਭੇਦ ਨਹੀਂ। ਗੁਰ ਅਰਜੁਨ ਪਰਤਖ ਹਰ। ਦਰਸ਼ਨ ਦੇਖ ਜੀਵਾ ਗੁਰ ਤੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ। ਦੇਹ ਨਾਮ ਕਰ ਆਪਣੇ ਚੇਰੇ। ਆਪਣੀ ਸ਼ਰਨ ਰਾਖ ਪ੍ਰਭ ਦਾਤੇ। ਗੁਰ ਪ੍ਰਸਾਦ ਕਿਨ ਵਿਰਲੇ ਜਾਤੇ। ਸੁਨੋ ਬਿਨੋ ਪ੍ਰਭ ਮੇਰੇ ਮੀਤਾ। ਚਰਨ ਕਮਲ ਵਸ ਹੈ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ। ਵਿਸਰ ਨਾਹੀ ਪੂਰਨ ਗੁਣਤਾਸ। ਬੇਸੁਮਾਰ ਅਥਾਹ ਅਗਨਤ ਅਤੁਲੈ। ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਧ ਜੀਵਨ ਅਰਜੁਨ ਅਮੋਲ। ਆਜੋਨੀ ਸੰਭਉ ਭਇ ਭੰਜਨ ਪਰ ਦੁਖ ਨਿਵਾਰ। ਅਪਾਰ ਅਨੰਪਹੁ ਅਗਹ ਗਹਣ ਪ੍ਰਮ ਪ੍ਰਾਂਤ ਦਹਣ। ਸੀਤਲ ਸੁਖ ਦਾਤੋ ਆਸੰਭੋ ਉਜਵਿਓ। ਪੁਰਖ ਪੂਰਨ ਵਿਧਾਤੋ ਨਾਨਕ ਆਦ ਅੰਗਦ ਅਮਰ। ਸਤਿਗੁਰ ਸ਼ਬਦ ਸਮਾਇਓ। ਧੰਨ ਧੰਨ ਗੁਰੂ ਰਾਮਦਾਸ ਗੁਰ। ਜਿਨ ਪਾਰਸ ਪਰਸ ਮਿਲਾਇਓ। ਧੰਨ ਧੰਨ ਗੁਰੂ ਰਾਮਦਾਸ ਗੁਰ। ਜਿਨ ਪਾਰਸ ਪਰਸ ਮਿਲਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਚਲ। ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਅਪਾਰ ਕਰੁਣਾ ਹੈ, ਬੇਅੰਤ ਤਰਸ ਹੈ ਸਤਿਗੁਰੂ ਸਾਹਿਬ ਜੀ ਦਾ, ਜੋ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ
ਬਖਸ਼ਿਸ਼ ਭਰੀ ਨਦਰ ਕਰਕੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਟਕਸਾਲ ਵਿੱਚ ਜੁੜਨ ਦਾ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਬੜੇ ਉੱਤਮ ਕਰਮ ਯੋਗੀ ਹੋ, ਜੋ ਸਤਿਗੁਰੂ ਕੀ ਰਹਿਮਤ ਨੂੰ ਮਾਣਦਿਆਂ ਗੁਰੂ ਕੇ ਮੁਬਾਰਕ ਚਰਨਾਂ ਦੀ ਪ੍ਰੀਤ ਪ੍ਰਤੀਤ ਭੈ ਭਾਵਨਾ ਆਪਣੇ ਹਿਰਦੇ ਅੰਦਰ ਦ੍ਰਿੜ ਕਰਦਿਆਂ ਆਪਣੇ ਮਨੁੱਖਾ ਜੀਵਨ ਦੇ ਦੁਰਲੱਭ ਅਵਸਰ ਨੂੰ ਗੁਰੂ ਕੀ ਕਾਰ ਕਮਾਉਂਦਿਆਂ ਸ਼ਬਦ ਦੇ ਕੀਰਤਨ ਅਤੇ ਵਿਚਾਰ ਅਭਿਆਸ ਦੇ ਨਾਲ ਸਫਲ ਕਰਨ ਦਾ, ਸਕਾਰਥ ਕਰਨ ਦਾ ਸ਼੍ਰੇਸ਼ਟ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਰੋਜ਼ਾਨਾ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਸ਼ਰਵਣ ਕਰਕੇ ਗੁਰ ਸ਼ਬਦ ਦੀ ਰਹਿਮਤ ਨੂੰ ਗਿਆਨ ਦੇ ਰੂਪ ਵਿੱਚ, ਅਧਿਆਤਮਿਕ ਰੂਪ ਦੇ ਵਿੱਚ ਮਾਨਣ ਦਾ ਯਤਨ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਦ ਜੀਵਨ ਅਰਜੁਨ ਆਮੋਲ ਆਜੋਨੀ ਸੰਪਹੋ। ਭੱਟ ਸਾਹਿਬਾਨਾਂ ਦੀ ਪਾਵਨ ਬਾਣੀ ਦੇ ਅੰਤਰਗਤ ਮੂਰਤ ਪੰਚ ਪ੍ਰਮਾਣ ਪੁਰਖ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਤਿਨਾਂ ਦੇ ਅਕਥ ਅਗੰਮ ਅਗੋਚਰ ਪਾਰ ਬ੍ਰਹਮ ਪਰਮੇਸ਼ਵਰ ਸਰੂਪ ਦਾ ਅਨੁਭਵ ਪ੍ਰਾਪਤ ਕਰਨ ਉਪਰੰਤ ਪ੍ਰੀਤ ਭਾਵਨਾ ਦੇ ਨਾਲ ਜਗਿਆਸੂ ਭਾਵ ਦੇ ਵਿੱਚ, ਪਰਮ ਗਿਆਨ ਦੇ ਭਾਵ ਵਿੱਚ ਭੱਟ ਸਾਹਿਬਾਨਾਂ ਨੇ ਗੁਰੂ ਸਾਹਿਬ ਜੀ ਦੀ ਪਰਮ ਸਿਫਤ ਦਾ ਉਚਾਰਨ ਕੀਤਾ ਹੈ ਬਾਣੀ ਦੇ ਰੂਪ ਵਿੱਚ। ਭੱਟ ਸਾਹਿਬਾਨਾਂ ਨੇ ਬਖਸ਼ਿਸ਼ ਕਰਦਿਆਂ ਫਰਮਾਇਆ ਸੀ ਇਸ ਤੋਂ ਪਹਿਲੇ ਸਵਈਏ ਦੇ ਅੰਤਰਗਤ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਜਦ ਸ੍ਰਿਸ਼ਟੀ 'ਤੇ ਪ੍ਰਗਟੇ ਹਨ, ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਉਹ ਭਗਤ ਰੂਪ ਹੋ ਕੇ ਪ੍ਰਗਟੇ ਹਨ। ਇਹ ਜਿਹੜੀ ਗੁਰਸਿੱਖ ਦੀ ਭੱਟਾਂ ਦੀ ਗੁਰਮੁਖ ਸੁਰਤ ਹੈ, ਗੁਰਮੁਖ ਸੁਰਤ ਦਾ ਭਾਵ ਇਹ ਹੈ ਕਿ ਉਹ ਕਿਸੇ ਚੀਜ਼ ਦੀ ਮਹੱਤਤਾ ਨੂੰ ਉਦੋਂ ਨਹੀਂ ਪਹਿਚਾਣਦੀ ਜਦੋਂ ਉਹ ਪ੍ਰਗਟ ਹੁੰਦੀ ਹੈ। ਗੁਰਮੁਖ ਸੁਰਤ ਕਿਸੇ ਚੀਜ਼ ਦੇ ਤੇਜ ਪ੍ਰਕਾਸ਼ ਨੂੰ, ਉਹਦੀ ਅਜ਼ਮਤ ਨੂੰ, ਉਹਦੀ ਮਹੱਤਤਾ ਨੂੰ, ਉਹਦੀ ਬਹੁਪੱਖਤਾ ਨੂੰ ਉਸੇ ਪਲ ਵਿੱਚ ਪਛਾਣ ਲੈਂਦੀ ਹੈ ਜਿਸ ਪਲ ਦੇ ਵਿੱਚ ਉਹ ਪ੍ਰਤਿਭਾ, ਉਹ ਗੁਰ ਸ਼ਖਸੀਅਤ ਧਰਤੀ 'ਤੇ ਸਰਗੁਣ ਰੂਪ ਦੇ ਵਿੱਚ ਪ੍ਰਗਟ ਹੁੰਦੀ ਹੈ ਅਤੇ ਉਹ ਜਾਣਦੀ ਨਿਰਗੁਣ ਰੂਪ ਦੇ ਵਿੱਚ ਵੀ ਹੈ। ਇਸ ਕਰਕੇ ਭੱਟ ਸਾਹਿਬਾਨ ਜੀ ਜ਼ਿਕਰ ਕੀਤਾ ਸੀ ਕਿ ਸਤਿਗੁਰੂ ਗੁਰੂ ਨਾਨਕ ਦੇਵ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਗ੍ਰਹਿ ਗੁਰੂ ਅਰਜਨ ਦੇਵ ਸਾਹਿਬ ਜੀ ਭਗਤ ਰੂਪ ਹੋ ਕੇ ਪ੍ਰਗਟੇ ਹਨ। ਸਤਿਗੁਰੂ ਸਾਹਿਬ ਜੀ ਦੇ ਅੱਗੇ ਜ਼ਿਕਰ ਕਰਦਿਆਂ ਬਖਸ਼ਿਸ਼ ਕੀਤਾ ਕਿ ਜਿਵੇਂ ਭਾਈ ਲਹਿਣਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਕੋਲੋਂ ਬਖਸ਼ਿਸ਼ ਮਾਣੀ, ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਕੋਲੋਂ ਮਾਣੀ, ਇਵੇਂ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਿਆਈ ਦਾ ਪੂਰਨ ਪ੍ਰਕਾਸ਼ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਰਾਮਦਾਸ ਅਰਜੁਨ ਵਰਿਓ ਪਾਰਸ ਪਰਸ ਪ੍ਰਮਾਣ। ਕਿਉਂਕਿ ਜਦੋਂ ਜਦੋਂ ਗੁਰੂ ਜੋਤ ਜਾਮਾ ਬਦਲਦੀ ਹੈ ਤਾਂ ਕਈ ਸੰਸਾਰੀ ਸੁਰਤ ਵਾਲਿਆਂ ਦੇ ਮਨ ਅੰਦਰ ਭੁਲੇਖਾ ਆ ਜਾਂਦਾ ਹੈ ਕਿ ਜੋ ਪਹਿਲੀ ਗੁਰੂ ਜੋਤ ਜਿਸ ਜਾਮੇ ਵਿੱਚ ਪ੍ਰਗਟੀ ਸੀ, ਕਿਸੇ ਦੂਜੇ ਵਿੱਚ ਭੇਦ ਤਾਂ ਨਹੀਂ, ਤੀਜੇ ਵਿੱਚ ਕੋਈ ਹੋਰ ਅੰਤਰਾਲ ਤਾਂ ਨਹੀਂ। ਤਾਂ ਭੱਟ ਸਾਹਿਬਾਨ ਸਪਸ਼ਟ ਕਰਦੇ ਹਨ ਗੁਰੂ ਰਾਮਦਾਸ ਅਰਜਨ ਵਰਿਓ ਕਿ ਜਿੰਨੀ ਅਜ਼ਮਤ ਦਾ, ਗਿਆਨ ਦਾ, ਕਰੁਣਾ ਦਾ ਪ੍ਰਕਾਸ਼ ਗੁਰੂ ਰਾਮਦਾਸ ਸਾਹਿਬ ਜੀ ਦੇ ਪਰਮ ਸਰੂਪ ਵਿੱਚ ਸੀ, ਓਨੀ ਹੀ ਸਰਵ ਸਮਰੱਥਾ ਦੇ ਮਾਲਕ ਗੁਰੂ ਅਰਜਨ ਦੇਵ ਸਾਹਿਬ ਜੀ ਹਨ। ਸਦ ਜੀਵਨ ਅਰਜੁਨ ਆਮੋਲ ਆਜੋਨੀ ਸੰਭੋ। ਅਸੀਂ ਸਤਿਗੁਰੂ ਦੇ ਸੰਬੰਧ ਵਿੱਚ ਇੱਕ ਸ਼ਬਦ ਦਾ ਜ਼ਿਕਰ ਕਰਦੇ ਹਾਂ ਜਿਸ ਨੂੰ ਸਤਿਗੁਰੂ ਸ਼ਬਦ ਕਿਹਾ ਜਾਂਦਾ, ਭਾਵ ਕਿ ਗੁਰੂ ਸਦੀਵ ਹੈ। ਗੁਰੂ ਜਦੋਂ ਤੱਕ ਇਹ ਬ੍ਰਹਿਮੰਡ ਦਾ, ਇਸ ਸਾਰੀ ਸ੍ਰਿਸ਼ਟੀ ਦਾ ਸਿਲਸਿਲਾ ਚੱਲਦਾ ਹੈ ਅਤੇ ਜਦੋਂ ਸ੍ਰਿਸ਼ਟੀ ਇਹ ਨਹੀਂ ਵੀ ਰਹਿੰਦੀ ਉਰੋਂ ਵੀ ਗੁਰੂ ਦੀ ਹਸਤੀ ਮੌਜੂਦ ਹੈ, ਤਾਂ ਉਹਨੂੰ ਭੱਟ ਸਾਹਿਬਾਨ ਆਪਣੇ ਸ਼ਬਦਾਂ ਦੇ ਵਿੱਚ ਆਖਦੇ ਹਨ ਸਦ ਜੀਵਨ ਅਰਜੁਨ ਆਮੋਲ।
ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹ ਜੀਵਨ ਪਾਇਆ ਹੈ ਜਿਹੜਾ ਜੀਵਨ ਮੌਤ ਦੀ ਸੀਮਾ ਦੇ ਵਿੱਚ ਨਹੀਂ ਆਉਂਦਾ। ਕਿਉਂਕਿ ਗੁਰੂ ਜਿਹੜਾ ਸਾਡੀ ਜਿਹੜੀ ਸੁਰਤ ਹੈ ਉਹ ਗੁਰੂ ਨੂੰ ਸਰੀਰ ਦੇਖਦੀ ਹੈ, ਪਰ ਜਿਹੜੀ ਅਸਲ 'ਚ ਸਿੱਖ ਦੀ ਸੁਰਤ ਹੈ ਉਹਨੂੰ ਹਮੇਸ਼ਾ ਗੁਰੂ ਨੂੰ ਜਾਂ ਤਾਂ ਬ੍ਰਹਮੰਡੀ ਰੂਪ ਦੇ ਵਿੱਚ ਭਾਵ ਕਿ ਜਰਰੇ ਜਰਰੇ ਵਿੱਚ ਦੇਖਣਾ ਚਾਹੀਦਾ ਹੈ, ਜਾਂ ਫਿਰ ਉਹਨੂੰ ਬਾਣੀ ਦੇ ਪ੍ਰਕਾਸ਼ ਦੁਆਰਾ ਦੇਖਣਾ ਚਾਹੀਦਾ ਹੈ। ਜੇ ਕੇਵਲ ਗੁਰੂ ਨੂੰ ਸਰੀਰ ਕਰਕੇ ਦੇਖਾਂਗੇ ਤਾਂ ਸਾਡੀ ਸਿੱਖ ਹੋਣ ਦੇ ਨਾਤੇ ਵੱਧ ਤੋਂ ਵੱਧ ਸ਼ਰਧਾ ਬਣ ਸਕੇਗੀ, ਸਾਡੇ ਜੀਵਨ ਦਾ ਅਧਿਆਤਮਿਕ ਸਫ਼ਰ ਨਹੀਂ ਬਣ ਸਕੇਗਾ। ਕਿਉਂ? ਇਹਦਾ ਜ਼ਿਕਰ ਆਪਦੇ ਸਨਮੁਖ ਰੱਖਦਿਆਂ ਅੱਜ ਵੀ ਕਈਆਂ ਦੇ ਮਨ 'ਚ ਅਭਿਲਾਸ਼ਾ ਹੁੰਦੀ ਹੋਵੇਗੀ ਕਿ ਉਹ ਸਿੱਖ ਧੰਨ ਸਨ ਜਿਨ੍ਹਾਂ ਨੇ ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਅਰਜਨ ਦੇਵ ਸਾਹਿਬ ਜੀ, ਸਾਰੇ ਗੁਰੂ ਸਾਹਿਬਾਨਾਂ ਨੂੰ ਆਪਣੀਆਂ ਅੱਖਾਂ ਦੇ ਨਾਲ ਪ੍ਰਤੱਖ ਦੇਖਿਆ ਅਤੇ ਦਰਸ਼ਨ ਪ੍ਰਾਪਤ ਕਰਕੇ ਵੱਡਾ ਸੁੱਖ ਮਾਣਿਆ, ਆਨੰਦ ਮਾਣਿਆ। ਕਈਆਂ ਦੇ ਮਨ 'ਚ ਇਸ ਤਰ੍ਹਾਂ ਦੀ ਅਭਿਲਾਸ਼ਾ ਚੱਲਦੀ ਹੈ। ਹੁਣ ਇਹ ਅਭਿਲਾਸ਼ਾ ਜੇ ਧਰਮ ਦੇ ਸਰਲ ਨੁਕਤੇ ਤੋਂ ਦੇਖੀ ਜਾਵੇ ਤਾਂ ਚੰਗੀ ਹੈ, ਉੱਤਮ ਹੈ, ਕੋਈ ਇਹਦੇ 'ਤੇ ਇਤਰਾਜ਼ ਨਹੀਂ ਹੋ ਸਕਦਾ। ਪਰ ਇਹ ਅਭਿਲਾਸ਼ਾ ਜੇ ਗੁਰੂ ਦੇ ਕੇਵਲ ਸਰਗੁਣ ਰੂਪ ਦਾ ਹੀ ਦਰਸ਼ਨ ਚਾਹੁੰਦੀ ਹੈ ਤਾਂ ਇਹਦਾ ਮਤਲਬ ਇਹ ਅਭਿਲਾਸ਼ਾ ਜੇ ਛੋਟੀ ਹੈ, ਅਜੇ ਇਹਦੇ ਅੰਦਰ ਕੋਈ ਇੰਨੇ ਤੱਤ ਆਏ ਨਹੀਂ। ਜਿਹੜੀ ਅਭਿਲਾਸ਼ਾ ਗੁਰੂ ਕੇ ਸ਼ਬਦ ਨੂੰ ਸੁਣ ਕੇ, ਕਿਉਂਕਿ ਭਾਈ ਵੀਰ ਸਿੰਘ ਜੀ ਨੇ ਕਿਹਾ ਕਿ ਜੋ ਗੁਰੂ ਸਾਹਿਬਾਨਾਂ ਨੇ ਬਾਣੀ ਉਚਾਰੀ ਹੈ ਇਹੀ ਗੁਰੂ ਸਾਹਿਬ ਜੀ ਦੀ ਆਤਮਾ ਦਾ ਪ੍ਰਕਾਸ਼ ਹੈ, ਇਹੀ ਗੁਰੂ ਸਾਹਿਬ ਜੀ ਦਾ ਹਿਰਦਾ, ਇਹੀ ਗੁਰੂ ਸਾਹਿਬ ਜੀ ਦਾ ਸਰੀਰ ਹੈ, ਇਹੀ ਗੁਰੂ ਸਾਹਿਬ ਜੀ ਦੀ ਮਿਹਰ ਹੈ। ਹੁਣ ਜਦੋਂ ਅਸੀਂ ਬਾਣੀ ਪ੍ਰਕਾਸ਼ ਪੜ੍ਹ ਕੇ ਗੁਰੂ ਦੇ ਗੁਣ ਸਰੂਪ ਨੂੰ ਧਾਰਨ ਕਰਦੇ ਹਾਂ, ਗੁਰੂ ਕੀ ਅਗੰਮ ਅਗੋਚਰ ਕੌਤਕਾਂ ਵਾਲੀ ਜਿਹੜੀ ਮੂਰਤ ਸਾਡੇ ਹਿਰਦੇ ਅੰਦਰ ਵਸਦੀ ਹੈ, ਜਦੋਂ ਇਸ ਤਰ੍ਹਾਂ ਦੀ ਅਭਿਲਾਸ਼ਾ ਦੇ ਨਾਲ ਗੁਰੂ ਦੇ ਦਰਸ਼ਨ ਕਰਦੇ ਹਾਂ ਤਾਂ ਫਿਰ ਸਾਡੇ ਜਿਹੜੇ ਸਾਨੂੰ ਸੁਰਤ ਕਰਕੇ ਗੁਰੂ ਦਰਸ਼ਨ ਹੁੰਦੇ ਹਨ ਅਤੇ ਉਹ ਸਦੀਵ ਹੁੰਦੇ ਹਨ। ਜਿਵੇਂ ਇੱਕ ਪ੍ਰਮਾਣ ਰੱਖਦੇ ਹਾਂ, ਹਸਨ ਅਲ ਬਸਰੀ ਨੇ ਇੱਕ ਵਾਰੀ ਬੀਬੀ ਰਾਬੀਆ ਨੂੰ ਪੱਤਰ ਲਿਖਿਆ ਕਿਸੇ ਸਬੰਧ ਦੇ ਵਿੱਚ, ਕੋਈ ਅਧਿਆਤਮਿਕ ਰਾਜ ਜਾਣਨਾ ਸੀ। ਇਹ ਗੱਲ ਤਾਂ ਕਰ ਰਿਹਾ ਕਿ ਇੱਕ ਜਿਹੜੇ ਸਰਗੁਣ ਦਰਸ਼ਨ ਦੇ ਅਭਿਲਾਸ਼ੀ ਹੁੰਦੇ ਹਨ ਉਹਨਾਂ ਦੇ ਮੁਕਾਬਲੇ ਜਿਹੜੇ ਸ਼ਬਦ ਵਿੱਚੋਂ ਗੁਰੂ ਕਾ ਦਰਸ਼ਨ ਕਰਦੇ ਹਨ, ਕਿਉਂਕਿ ਭੱਟ ਸਾਹਿਬਾਨਾਂ ਨੇ ਸ਼ਬਦ ਵਰਤਿਆ ਸਦ ਜੀਵਨ, ਅਤੇ ਸ਼ਬਦ ਹੀ ਸਦੀਵ ਹੈ। ਸਰਗੁਣ ਨੇ ਤਾਂ ਕਦੇ ਨਾ ਕਦੇ ਨਿਰਗੁਣ ਦੇ ਵਿੱਚ ਭੇਦ ਹੋ ਜਾਣਾ, ਭਾਵੇਂ 1000 ਵਰੇ ਦੀ ਆਜੂ ਕਿਉਂ ਨਾ ਹੋ ਜਾਵੇ। ਸਰਗੁਣ ਨੇ ਤਾਂ ਕਦੇ ਕਦੇ ਨਿਰਗੁਣ ਦੇ ਵਿੱਚ ਸਮਾਉਣਾ ਹੀ ਹੈ। ਇਸ ਕਰਕੇ ਪ੍ਰਮਾਣ ਤਾਂ ਦੱਸ ਰਿਹਾ ਕਿ ਪਤਾ ਲੱਗ ਜਾਏ ਕਿ ਅਸੀਂ ਗੁਰ ਸ਼ਬਦ ਦੇ ਵਿੱਚ ਗੁਰਮੂਰਤ ਨੂੰ ਕਿਵੇਂ ਪੇਖਣਾ, ਜਿਹਨੂੰ ਭੱਟ ਸਾਹਿਬਾਨਾਂ ਨੇ ਕਿਹਾ ਸਦ ਜੀਵਨ। ਤਾਂ ਬੀਬੀ ਰਾਬੀਆ ਅਲ ਬਸਰੀ ਨੂੰ ਹਸਨ ਅਲ ਬਸਰੀ ਨੇ ਕੋਈ ਪੱਤਰ ਲਿਖਿਆ ਕਿਸੇ ਅਧਿਆਤਮਿਕ ਰਾਜ ਬਾਰੇ ਕਿ ਮੈਨੂੰ ਕੋਈ ਫਲਾਣੀ ਗੱਲ ਦਾ ਭੇਦ ਦੱਸ ਦਿਓ। ਉਹਨਾਂ ਨੇ ਲਿਖ ਦਿੱਤਾ ਉਹਦਾ ਉੱਤਰ ਪੜ੍ਹ ਕੇ ਬੜੇ ਖੁਸ਼ ਹੋਏ ਕਿ ਮੈਨੂੰ ਜੋ ਉਲਝਣ ਸੀ ਅਧਿਆਤਮਿਕ ਸਾਧਨਾ ਦੇ ਵਿੱਚ, ਬੰਦਗੀ ਦੇ ਵਿੱਚ, ਉਹ ਹੱਲ ਹੋ ਗਈ ਹੈ। ਫਿਰ ਮਹੀਨੇ ਕੁ ਬਾਅਦ ਕੋਈ ਅਧਿਆਤਮਿਕ ਜਗਿਆਸਾ ਪੈਦਾ ਹੋਈ, ਫਿਰ ਪੱਤਰ ਲਿਖਿਆ, ਦੂਸਰੀ ਦਫਾ ਫਿਰ ਜਵਾਬ ਆ ਗਿਆ। ਇੰਜ ਪੱਤਰਾਂ ਦਾ ਸਿਲਸਿਲਾ ਬੜਾ ਲੰਮਾ ਸਮਾਂ ਚੱਲਦਾ ਰਿਹਾ। ਹਸਨ ਅਲ ਬਸਰੀ ਪੱਤਰ ਲਿਖਦਿਆ ਕਰਨ, ਬੀਬੀ ਰਾਬੀਆ ਖੁਦ ਜਾਂ ਕਿਸੇ ਪਾਸੋਂ ਲਿਖਵਾ ਕੇ ਜਵਾਬ ਭੇਜ ਦਿਆ ਕਰਨ। ਆਖਰ ਇੱਕ ਦਿਨ ਪੱਤਰ ਆਇਆ ਬੀਬੀ ਰਾਬੀਆ ਅਲ ਬਸਰੀ ਨੂੰ। ਕਈਆਂ ਨੇ ਇਸ ਗੱਲ ਦਾ ਸੰਬੰਧ ਕਿਸੇ ਹੋਰ ਨਾਲ ਵੀ ਜੋੜਿਆ ਹੈ ਕਿ ਇਹ ਪੱਤਰ ਹਸਨ ਅਲ ਬਸਰੀ ਨੇ ਕੋਈ ਹੋਰ ਲਿਖਦੇ ਸਨ, ਪਰ ਜਿਨ੍ਹਾਂ ਨੇ ਉਹਨਾਂ ਦੇ ਜੀਵਨ ਨੂੰ ਨੇੜਿਓਂ ਪੜ੍ਹਿਆ ਉਹਨਾਂ ਨੂੰ ਪਤਾ ਕਿ ਹਸਨ ਅਲ ਬਸਰੀ ਹੀ ਬੀਬੀ ਰਾਬੀਆ ਦਾ ਵਾਜ ਭਾਵ ਲੈਕਚਰ ਸੁਣਿਆ ਕਰਦੇ ਸਨ, ਹੋਰ ਕੋਈ ਐਡਾ ਵੱਡਾ ਪੁਰਖ ਹੈ ਨਹੀਂ ਸੀ। ਇੱਕ ਪੱਤਰ ਦੇ ਵਿੱਚ ਹਸਨ ਅਲ ਬਸਰੀ ਨੇ ਲਿਖ ਦਿੱਤਾ ਕਿ ਤੁਹਾਨੂੰ ਦੇਖਣ ਦੀ ਚਾਹਤ ਹੈ ਮੇਰੇ ਮਨ ਅੰਦਰ, ਮੈਂ ਚਾਹੁੰਦਾ ਕਿ ਤੁਹਾਨੂੰ ਆਮਣੇ ਸਾਹਮਣੇ ਦੇਖਾਂ। ਇਹ ਮੇਰੀ ਚਾਹਤ ਕਦੋਂ ਪੂਰੀ ਹੋਏਗੀ ਜਾਂ ਮੈਨੂੰ ਇਹ ਚਾਹਤ ਪੂਰੀ ਕਰਨ ਦਾ ਜੋ ਮੇਰੇ ਮਨ ਅੰਦਰ ਇਹ ਪਵਿੱਤਰ ਇੱਛਾ ਇਹਨੂੰ ਪੂਰਾ ਕਰਨ ਦਾ ਮੌਕਾ ਦਿਓ। ਆਪਣੇ ਵੱਲੋਂ ਸਾਰੀ ਆਪਣੀ ਵਿਥਿਆ ਲਿਖ ਭੇਜੀ, ਮੈਂ ਦਰਸ਼ਨ ਕਰਨਾ ਚਾਹੁੰਦਾ, ਤੁਹਾਡੇ ਦਰਸ਼ਨਾਂ ਦੀ ਬੜੀ ਇੱਛਾ ਹੈ, ਤੁਹਾਡੇ ਦਰਸ਼ਨ ਕਰਕੇ ਮੇਰਾ ਜੀਵਨ ਸਫਲ ਹੋ ਜਾਏਗਾ। ਬੜੇ ਵਾਕ ਲਿਖ ਦਿੱਤੇ। ਬੀਬੀ ਰਾਬੀਆ ਅਲ ਬਸਰੀ ਨੇ ਜਦੋਂ ਇਹ ਪੱਤਰ ਪੜ੍ਹਿਆ ਉਹਨੂੰ ਬੜੀ ਨਿਰਾਸ਼ਾ ਹੋਈ। ਉਹਨੇ ਜਵਾਬ ਲਿਖਿਆ ਫਿਰ ਉਹਦਾ ਕੇਵਲ 2 ਵਾਕਾਂ ਦੇ ਵਿੱਚ, ਐ ਕਮਬਖਤ, ਹੁਣ ਤੱਕ ਦੇ ਜਿੰਨੇ ਗਿਆਨ ਰੂਪ ਪ੍ਰਸ਼ਨਾਂ ਦੇ ਉੱਤਰ ਜਿਹੜੇ ਮੈਂ ਆਪਣੀ ਬੰਦਗੀ ਦੇ ਵਿੱਚੋਂ ਮਾਲਕ ਦੀ ਰਹਿਮਤ ਨਾਲ ਕਮਾਏ ਅਤੇ ਤੈਨੂੰ ਲਿਖ ਭੇਜੇ ਸਨ, ਜੇ ਇਹਨਾਂ ਦੇ ਵਿੱਚੋਂ ਤੈਨੂੰ ਮੇਰੀ ਮੂਰਤ ਨਹੀਂ ਦਿਖ ਸਕੀ
ਤੇ ਹੱਡ ਮਾਸ ਨੂੰ ਦੇਖ ਕੇ ਤੂੰ ਕਿਹੜਾ ਵੱਡਾ ਭੇਦ ਪ੍ਰਾਪਤ ਕਰ ਲਏਗਾ। ਉਹਨੇ ਜਵਾਬ ਲਿਖਿਆ, ਐ ਕਮਬਖਤ, ਮੈਨੇ ਮੇਰੇ ਇੰਨੇ ਪ੍ਰਸ਼ਨ ਜਿਹੜੇ ਤੈਨੂੰ ਉੱਤਰ ਲਿਖ ਕੇ ਭੇਜੇ, ਜਿਨ੍ਹਾਂ ਦੇ ਵਿੱਚ ਮੇਰੀ ਬੰਦਗੀ ਦੇ ਵੱਡੇ ਅਨੁਭਵ ਨੇ, ਜਿਹਦੇ ਵਿੱਚ ਮੈਂ ਜੋ ਮਾਲਕ ਦੇ ਨਾਲ ਭੇਦ ਹੋ ਕੇ ਪਰਮ ਰਸ ਮਾਣਿਆ ਉਹਨੂੰ ਵੀ ਪ੍ਰਗਟ ਕੀਤਾ ਸ਼ਬਦਾਂ 'ਚ। ਮੇਰੇ ਇੰਨੇ ਜ਼ਿਆਦਾ ਅਨੁਭਵ ਪੜ੍ਹ ਕੇ, ਇੰਨੇ ਜ਼ਿਆਦਾ ਗਿਆਨ ਰੂਪ ਉੱਤਰਾਂ ਨੂੰ ਪੜ੍ਹ ਕੇ ਜੇ ਤੈਨੂੰ ਮੇਰੀ ਮੂਰਤ ਹਿਰਦੇ ਅੰਦਰ ਨਹੀਂ ਪ੍ਰਗਟ ਹੋਈ ਜਾਂ ਮੇਰੀ ਮੂਰਤ ਦਾ ਕੋਈ ਅਨੁਭਵ ਨਹੀਂ ਹੋਇਆ, ਤਾਂ ਇਹਦਾ ਭਾਵ ਹੈ ਕਿ ਤੂੰ ਬਹੁਤ ਛੋਟੀ ਸੁਰਤ ਵਾਲਾ ਹੈ। ਇਸ ਕਰਕੇ ਤੈਨੂੰ ਦਰਸ਼ਨ ਦੇਣ ਦੀ ਮੁਤਲਾਸ਼ਾ ਨਹੀਂ ਕੀਤੀ ਜਾ ਸਕਦੀ। ਤਾਂ ਭੱਟ ਸਾਹਿਬਾਨਾਂ ਨੇ ਕਿਹਾ, ਸਦ ਜੀਵਨ ਅਰਜੁਨ ਆਮੋਲ। ਹੁਣ ਇਹ ਜ਼ਿਆਦਾ ਕਠਿਨ ਸਾਧਨਾ ਹੈ। ਇੱਕ ਸਾਧਨਾ ਹੈ ਕਿ ਪ੍ਰਤੱਖ ਨੇਤਰ ਦੇ ਨਾਲ ਦੇਖ ਲਓ, ਪਰ ਉਹਦੇ ਨਾਲ ਕੇਵਲ ਨੇਤਰ ਦਰਸ਼ਨ ਹੋਏਗਾ, ਨੇਤਰ ਦਰਸ਼ਨ ਹੋਏਗਾ। ਪਰ ਸਿੱਖ ਦੀ ਸਾਧਨਾ ਤਾਂ ਸ਼ਬਦ ਸੁਰਤ ਵਾਲੀ ਹੈ। ਜੇ ਇਸ ਤਰ੍ਹਾਂ ਦੇ ਸਮੇਂ ਵਿੱਚ ਆ ਜਾਈਏ ਤਾਂ ਫਿਰ ਇਹ ਛੋਟੀ ਸੁਰਤ ਫਿਰ ਕਈ ਹੋਰ ਤਰ੍ਹਾਂ ਦੇ ਰੂਪ ਬਣਾ ਲੈਂਦੀ ਹੈ। ਇਹ ਫਿਰ ਕਦੇ ਉਚੇਰੀ ਨਹੀਂ ਜਾਂਦੀ। ਅਤੇ ਗੁਰੂ ਦਾ ਇੱਕ ਸਰੂਪ ਤਾਂ ਫਿਰ ਨਿਰਾਕਾਰ ਵੀ ਹੈ। ਜੇ ਸਿੱਖ ਕੇਵਲ ਸਤਿਗੁਰੂ ਦੇ ਸਰਗੁਣ ਸਰੂਪ ਤੱਕ ਮਹਿਦੂਦ ਰਹਿ ਗਿਆ, ਉਹਦੇ ਸ਼ਬਦ ਦੀ ਸਾਧਨਾ ਵਿੱਚ ਨਾ ਪਿਆ, ਅਤੇ ਉਹ ਗੁਰੂ ਦੇ ਅਮਰ ਅਬਿਨਾਸ਼ੀ ਨਿਰਾਕਾਰ ਸਰੂਪ ਨੂੰ ਕਿਵੇਂ ਜਾਣ ਸਕੇਗਾ। ਇਸ ਕਰਕੇ ਅਸੀਂ ਇਸ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਆਪਣੀ ਸੁਰਤ ਦੇ ਨਾਲ ਸਤਿਗੁਰੂ ਦੇ ਪਰਮ ਸਰੂਪ ਨਾਲ ਜੁੜਨਾ ਹੈ, ਅਤੇ ਇਹਦੇ ਲਈ ਸ਼ਬਦ ਹੀ ਸਾਡੀ ਰਹਿਨੁਮਾਈ ਕਰ ਸਕਦਾ ਹੈ। ਇਸ ਕਰਕੇ ਭੱਟ ਸਾਹਿਬਾਨ ਜ਼ਿਕਰ ਕਰਦੇ ਹਨ, ਸਦ ਜੀਵਨ ਅਰਜੁਨ ਆਮੋਲ, ਕਿ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਜੀ ਕਾਲ ਚੱਕਰ ਤੋਂ ਰਹਿਤ ਹੋ। ਇਹਦਾ ਭਾਵ ਇਹ ਨਹੀਂ ਕਿ ਸਰੀਰ ਰੂਪ ਵਿੱਚ ਪ੍ਰਗਟੇ ਹੋ ਤਾਂ ਜਦੋਂ ਸ਼ਹੀਦੀ ਦਾ ਜਾਂ ਹੋਰ ਕੋਈ ਮੁਕਾਮ ਆਏਗਾ ਜੀਵਨ ਸਮਾਪਤੀ ਦਾ, ਉਹ ਸਮਾਪਤੀ ਹੋ ਗਈ। ਦਰਅਸਲ ਇਉਂ ਹੈ ਕਿ ਜਿਵੇਂ ਕਈ ਸਮੇਂ ਜਦ ਅੰਧਕਾਰ ਪਸਰਿਆ ਹੁੰਦਾ ਹੈ, ਉਦੋਂ ਮਾਲਕ ਕਈ ਤਰ੍ਹਾਂ ਦੇ ਵਸੀਲੇ ਬਣਾਉਂਦਾ ਹੈ ਕਿ ਸੰਸਾਰ ਵਿੱਚ ਚਾਨਣ ਹੋ ਜਾਏ। ਅਧਿਆਤਮਿਕ ਪੁਰਖਾਂ ਨੂੰ ਪੈਦਾ ਕਰਦਾ ਹੈ, ਉਹ ਆਪਣੇ ਗਿਆਨ ਦਾ ਪ੍ਰਕਾਸ਼ ਕਰਦੇ ਨੇ ਮਾਲਕ ਦੇ ਤਾਣ ਦੇ ਨਾਲ, ਬੰਦਗੀ ਦੇ ਨਾਲ, ਸ਼ੁਭ ਕਰਮਾਂ ਦੇ ਨਾਲ। ਪਰ ਕਈ ਵਾਰੀ ਅਧਰਮ ਦਾ, ਅਗਿਆਨ ਦਾ, ਅੰਧਕਾਰ ਦਾ ਵਹਿਣ ਇੰਨਾ ਜ਼ਿਆਦਾ ਹੁੰਦਾ ਹੈ ਕਿ ਫਿਰ ਅਕਾਲ ਪੁਰਖ ਨਿੱਜ ਸਰੂਪ ਧਾਰਨ ਕਰਕੇ ਆਪ ਪ੍ਰਗਟਦਾ ਹੈ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ, ਸਦ ਜੀਵਨ ਅਰਜੁਨ ਆਮੋਲ, ਕਿ ਗੁਰੂ ਅਰਜਨ ਦੇਵ ਸਾਹਿਬ ਜੀ ਇੰਨੇ ਜ਼ਿਆਦਾ ਅਮੋਲ ਹਨ। ਅਮੋਲ ਦਾ ਭਾਵ ਕੀ ਹੈ ਕਿ ਇਹ ਨਹੀਂ ਕਿ ਉਹਨਾਂ ਦੇ ਜੀਵਨ ਦੇ ਕਿਸੇ ਪੱਖ ਨੂੰ ਚਿਤਵੀਏ ਤਾਂ ਉਹਨਾਂ ਦਾ ਜੀਵਨ ਦਾ ਹਰੇਕ ਪੱਖ ਇੰਨਾ ਵਸੀਹ ਹੋ ਜਾਂਦਾ ਹੈ ਕਿ ਫਿਰ ਜਾ ਕੇ ਅਮੋਲ ਸ਼ਬਦ ਦੇ ਨਾਲ ਹੀ ਉਹਨਾਂ ਦੀ ਸਿਫਤ ਕਹਿਣੀ ਬਣਦੀ ਹੈ। ਆਖਦੇ ਹਨ ਗੁਰੂ ਅਮਰਦਾਸ, ਗੁਰੂ ਅਰਜਨ ਦੇਵ ਸਾਹਿਬ ਜੀ ਪਰਮ ਅੰਮ੍ਰਿਤਾ ਦੇ ਮਾਲਕ ਹਨ। ਆਮੋਲ ਉਹਨਾਂ ਦਾ ਸੁਭਾਅ ਹੈ। ਆ ਜੋਨੀ ਸੰਭਉ, ਤੇ ਜੋਨ ਤੋਂ ਰਹਿਤ ਹਨ। ਸੰਭਉ ਭਾਵ ਆਪਣੇ ਆਪ ਤੋਂ ਪ੍ਰਕਾਸ਼ਵਾਨ ਹਨ। ਪਏ ਭੰਜਨ ਪਰ ਦੁੱਖ ਨਿਵਾਰ, ਅਪਾਰ ਅਨੰਭਉ। ਭੈ ਦਾ ਭਾਵ ਜਿੰਨਾ ਮ੍ਰਿਤੂ ਦਾ ਭੈ ਹੈ, ਜਿੰਨੇ ਕਾਲ ਦੇ ਵਿੱਚ ਭੈ ਪੈਦਾ ਹੁੰਦੇ ਹਨ। ਕਾਲ ਦਾ ਅਰਥ ਇਕੱਲਾ ਮੌਤ ਨਹੀਂ ਹੁੰਦਾ, ਕਾਲ ਦਾ ਅਰਥ ਹੈ ਸਗਲ ਜੀਵਨ ਦੇ ਵਿੱਚ ਜਦੋਂ ਦੁੱਖ, ਔਕੜ, ਦੁਸ਼ਵਾਰੀ, ਚਿੰਤਾ, ਫਿਕਰ, ਮਾਨਸਿਕ ਰੋਗ, ਇਹ ਸਾਰਾ ਕੁਝ ਜਦੋਂ ਬਣਦਾ, ਇਹ ਕਾਲ ਦਾ ਹੀ ਵਰਤਾਰਾ ਹੈ। ਤਾਂ ਭੱਟ ਸਾਹਿਬਾਨ ਆਖਦੇ ਹਨ, ਭਏ ਭੰਜਨ, ਸੰਸਾਰ ਦੇ ਜਿਤਨੇ ਕਿਸਮ ਦੇ ਭੈ ਹਨ, ਚਾਹੇ ਮ੍ਰਿਤੂ ਦਾ ਭੈ ਹੈ, ਚਾਹੇ ਕੋਈ ਵੀ ਭੈ ਹੈ, ਸਾਰਿਆਂ ਡਰਾਂ ਨੂੰ ਭੰਜਨ ਵਾਲੇ ਭਾਵ ਨਾਸ਼ ਕਰਨ ਵਾਲੇ ਹੋ। ਪਰ ਦੁੱਖ ਨਿਵਾਰ, ਅਤੇ ਆਪ ਜੀ ਦੇ ਜੀਵਨ ਦਾ ਪਰਮ ਆਕਾਂਖਸ਼ਾ ਕੀ ਹੈ। ਹੁਣ ਜੀਵਨ ਦੇ ਵਿੱਚ ਜਿਹੜੇ ਅਧਿਆਤਮਿਕ ਪੁਰਖ ਹਨ, ਉਹ ਹਮੇਸ਼ਾ ਪਰ ਕੇਂਦਰਿਤ ਜੀਵਨ ਜਿਉਂਦੇ ਨੇ। ਅਸੀਂ ਸੰਤਾਂ ਮਹਾਂਪੁਰਖਾਂ ਨੂੰ ਪਰਉਪਕਾਰੀ ਕਿਉਂ ਕਹਿੰਦੇ ਹਾਂ ਕਿ ਉਹਨਾਂ ਨੇ ਜੀਵਨ ਦਾ ਜੋ ਕੁਝ ਵੀ ਸ਼ੁਭ ਕਰਨਾ ਹੈ ਆਪਣੇ ਸੰਬੰਧ ਦੇ ਵਿੱਚ ਨਹੀਂ ਕਰਦੇ ਹਨ। ਅਗਰ ਗ੍ਰਸਥ ਧਰਮ ਜਿਹੜਾ ਹੈ ਨਹੀਂ ਅਪਣਾਉਂਦੇ ਹਨ ਤਾਂ ਉਹਦਾ ਭਾਵ ਇਹ ਹੈ ਕਿ ਦੂਜੇ ਦੀ ਜਿਹੜੀ ਪਰਵਰਿਸ਼, ਦੂਜੇ ਦੀ ਪਾਲਣਾ ਉਹਨਾਂ ਦੇ ਲਈ ਵੱਡਾ ਮਸਲਾ ਹੈ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ, ਪਰ ਦੁੱਖ ਨਿਵਾਰ, ਕਿ ਗੁਰੂ ਅਰਜਨ ਦੇਵ ਸਾਹਿਬ ਜੀ ਇਤਨੇ ਜ਼ਿਆਦਾ ਨਿਰਮੋਲ ਹਨ, ਇਤਨੇ ਜ਼ਿਆਦਾ ਮਹਾਤਮ ਉਹਨਾਂ ਦਾ ਪ੍ਰਤਾਪ ਹੈ। ਪਰ ਦੁੱਖ ਨਿਵਾਰ, ਆਪਣੇ ਕਿਸੇ ਭੈ ਨੂੰ, ਆਪਣੇ ਕਿਸੇ ਦੁੱਖ ਨੂੰ ਪ੍ਰਮੁੱਖ ਨਹੀਂ ਰੱਖਦੇ। ਜਿੰਨਾ ਪਰ ਦੁੱਖ ਉਹਨਾਂ ਨੂੰ ਨਜ਼ਰ ਆਉਂਦਾ ਹੈ, ਜਾਂ ਜਿੰਨਾ ਪਰ ਦੁੱਖ ਅਰਦਾਸ ਰੂਪ ਹੋ ਕੇ ਉਹਨਾਂ ਦੇ ਪਾਸ ਸਾਰਾ ਬ੍ਰਹਿਮੰਡ ਵਿਖਾਣਦਾ ਹੈ,
ਕਹਿੰਦੇ ਨਿਵਾਰ, ਉਸ ਸਾਰੇ ਪਰਾਏ ਦੁੱਖਾਂ ਨੂੰ ਨਿਵਾਰਨ ਵਾਲੇ ਹਨ। ਹੁਣ ਪਰਾਏ ਦੁੱਖ ਨਿਵਾਰ ਦਾ ਆਰੰਭ ਕਦੋਂ ਹੁੰਦਾ ਹੈ? ਦੁੱਖ ਦਾ ਆਰੰਭ ਹੁੰਦਾ ਹੈ, ਬਾਣੀ ਨੇ ਕਿਹਾ ਹੈ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਕਿ ਜਿਹੜੀ ਲੋਕਾਈ ਨੂੰ ਪਰਮੇਸ਼ਰ ਦੀ ਸਿਫਤ ਸਲਾਹ ਦਾ, ਧਰਮ ਦਾ ਸ਼ੁਭ ਮਾਰਗ, ਅਧਿਆਤਮ ਕਿਸਮ ਦਾ ਪਵਿੱਤਰ ਜੀਵਨ ਜਿਉਣਾ ਭੁੱਲ ਗਿਆ ਗੁਰੂ ਸਾਹਿਬ ਜੀ, ਉਹ ਐਸੇ ਪਵਿੱਤਰ ਜੀਵਨ ਦੀ ਜਾਂਚ ਉਹਦੀ ਮਿਹਰ ਰਹਿਮਤ ਕਰਦੇ ਹਨ। ਅਤੇ ਜਦੋਂ ਉਸ ਮਾਰਗ ਨੂੰ ਕੋਈ ਗ੍ਰਹਿਣ ਕਰ ਲੈਂਦਾ ਹੈ ਫਿਰ ਉਹਦੇ ਦੁੱਖ ਨਿਵਾਰ। ਇਸ ਕਰਕੇ ਪਰਾਏ ਦੁੱਖਾਂ ਦਾ ਜੋ ਮੂਲ ਹੈ ਪਰਮੇਸ਼ਰ ਦੀ ਯਾਦ ਤੋਂ ਵਿਛੜ ਜਾਣਾ, ਗੁਰੂ ਸਾਹਿਬ ਜੀ ਉਹਦੇ ਵਿੱਚ ਹੀ ਲੋਕਾਈ ਨੂੰ ਦ੍ਰਿੜ ਕਰਾਉਂਦੇ ਹਨ। ਅਪਾਰ ਅਨੰਭਉ, ਤਾਂ ਭੱਟ ਸਾਹਿਬਾਨ ਆਖਦੇ ਹਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਅਨੁਭਵ ਬੜਾ ਅਪਾਰ ਹੈ। ਕਿ ਗੁਰੂ ਅਰਜਨ ਦੇਵ ਸਾਹਿਬ ਜੀ, ਪਹਿਲਾਂ ਜ਼ਿਕਰ ਕੀਤਾ ਸਦ ਜੀਵਨ। ਸਦ ਜੀਵਨ ਦਾ ਮਤਲਬ ਇੱਕ ਹੋਰ ਵੀ ਹੈ ਕਿ ਜਿੰਨਾ ਸ੍ਰਿਸ਼ਟੀ 'ਤੇ ਜੀਵਨ ਬਣਿਆ ਹੈ ਇਹਦੇ ਵਿੱਚ ਸਦ ਭਾਵ ਕਿ ਸਦੀਵ ਰੂਪ ਕਰਕੇ ਗੁਰੂ ਅਰਜਨ ਸਾਹਿਬ ਸਮਾਏ ਹੋਏ ਹਨ। ਇਸ ਕਰਕੇ ਪਰ ਦੁੱਖ ਨਿਵਾਰ। ਹੁਣ ਜਿਹੜੀ ਚੀਜ਼ ਦੇ ਵਿੱਚ, ਜਿਵੇਂ ਮਾਤਾ ਨੇ ਆਪਣੇ ਆਪ ਤੋਂ ਉਸ ਪੁੱਤਰ ਨੂੰ, ਬੱਚਿਆਂ ਨੂੰ ਪੈਦਾ ਕੀਤਾ ਹੁੰਦਾ, ਉਹਨਾਂ ਦੇ ਨਾਂ ਦੱਸਣ ਦੇ ਬਾਵਜੂਦ ਵੀ ਉਹਨੂੰ ਥੋੜ੍ਹਾ ਬਹੁਤਾ ਬੋਧ ਹੋ ਜਾਂਦਾ ਹੈ ਕਿ ਬੱਚਾ ਕਿਸੇ ਚਿੰਤਾ ਵਿੱਚ ਹੈ, ਕਿਸੇ ਸੰਕਟ ਵਿੱਚ ਹੈ, ਭਾਵੇਂ ਉਹ ਆਪਣੀ ਜ਼ੁਬਾਨ ਤੋਂ ਨਾ ਬਿਆਨ ਕਰੇ। ਕਿਉਂ? ਕਿਉਂਕਿ ਉਹਨੇ ਆਪਣੇ ਆਪ ਤੋਂ ਜਨਮ ਦਿੱਤਾ ਹੈ, ਉਹਦੇ ਸਰੀਰ 'ਚ ਉਹਦਾ ਸਰੀਰ ਬਣਿਆ ਹੈ। ਗੁਰੂ ਅੰਤਰਜਾਮੀ ਰੂਪ ਹੋ ਕੇ ਸਭ ਕਣ ਦੇ ਅੰਦਰ ਸਮਾਏ। ਇਸ ਕਰਕੇ ਜਿੰਨੀ ਸ੍ਰਿਸ਼ਟੀ ਦੀ ਅਰਦਾਸ ਹੈ, ਜਿੰਨੀ ਸ੍ਰਿਸ਼ਟੀ ਨੇ ਆਪਣੀ ਵੇਦਨਾ ਜ਼ਾਹਰ ਕੀਤੀ ਹੈ, ਉਹ ਗੁਰੂ ਨਾਨਕ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮੁਬਾਰਕ ਚਰਨਾਂ ਤੱਕ ਪੁੱਜਦੀ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਅਪਾਰ ਅਨੰਭਉ, ਕਿ ਆਪ ਜੀ ਦਾ ਅਨੁਭਵ ਇੰਨਾ ਵੱਡਾ ਹੈ ਕਿ ਸਾਰੀ ਸ੍ਰਿਸ਼ਟੀ ਦੀ ਵੇਦਨਾ ਨੂੰ ਇੱਕੋ ਦ੍ਰਿਸ਼ਟੀ ਦੇ ਵਿੱਚ ਨਿਹਾਰ ਕੇ, ਸਾਰੀ ਸ੍ਰਿਸ਼ਟੀ ਦੇ ਅਗਿਆਨ ਨੂੰ ਇੱਕੋ ਦ੍ਰਿਸ਼ਟੀ ਦੇ ਵਿੱਚ ਦੇਖ ਕੇ, ਗਿਆਨ ਦਾ ਸਾਰੀ ਦ੍ਰਿਸ਼ਟੀ ਦੀ ਤਰਸਯੋਗ ਹਾਲਤ ਨੂੰ ਦੇਖ ਕੇ, ਇੱਕੋ ਪਲ ਦੇ ਵਿੱਚ ਦਇਆ ਦਾ ਪ੍ਰਕਾਸ਼ ਕਰਕੇ, ਕਰੁਣਾ ਧਾਰਨ ਕਰਕੇ ਸਭ ਦੀ ਕਲਿਆਣ ਕਰਨ ਵਾਲੇ ਹੋ। ਅਗਹ ਗਹਿਣ ਪ੍ਰਮ ਪ੍ਰਾਂਤ ਦਹਿਣ। ਅਗਹ ਦਾ ਭਾਵ ਕਿ ਜਿਸ ਅਕਾਲ ਪੁਰਖ ਪਰਮੇਸ਼ਰ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹਦੇ ਤੱਕ ਮਨ ਦੇ ਨਾਲ ਨਹੀਂ ਪਹੁੰਚਿਆ ਜਾ ਸਕਦਾ, ਕਲਪਨਾ ਕਰਕੇ ਵੀ ਉਸ ਅਕਾਲ ਪੁਰਖ ਦੀ ਹਸਤੀ ਨੂੰ ਨਹੀਂ ਚਿਤਵਿਆ ਜਾ ਸਕਦਾ, ਜ਼ੁਬਾਨ ਕਰਕੇ ਵੀ ਜਿਹਨੂੰ ਪੂਰਾ ਨਹੀਂ ਆਰਾਧਿਆ ਜਾ ਸਕਦਾ, ਹਿਰਦੇ ਕਰਕੇ ਵੀ ਜਿਸ ਦੇ ਗੁਣਾਂ ਨੂੰ ਪੂਰਾ ਨਹੀਂ ਸਮਾਇਆ ਜਾ ਸਕਦਾ। ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਅਗਹ ਗਹਿਣ। ਉਸ ਅਕਾਲ ਪੁਰਖ ਦੇ ਪਰਮ ਸਰੂਪ ਦੀ ਅਭੇਦਤਾ ਦੇਣ ਦੇ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਜੀ ਨੇ ਪ੍ਰਕਾਸ਼ ਧਾਰਨ ਕੀਤਾ ਹੈ। ਭਾਵ ਕਿ ਜਿਹੜੇ ਜੋਗੀ ਸਿੱਧ ਲੋਕ ਬੜਾ ਤਪ ਕਰਕੇ ਵੀ ਪਰਮੇਸ਼ਰ ਦੇ ਪਰਮ ਸਰੂਪ ਨੂੰ ਨਹੀਂ ਜਾਣ ਸਕਦੇ, ਨਹੀਂ ਭੇਖ ਸਕਦੇ, ਆਪ ਜੀ ਐਸੀ ਕਿਰਪਾ ਕਰਦੇ ਹੋ ਕਿ ਉਸ ਅਗੰਮ ਅਗੋਚਰ ਪਰਮੇਸ਼ਰ ਦੇ ਤੱਕ ਗਹਿਣ, ਭਾਵ ਕਿ ਉਹਦੇ ਦੀਦਾਰ ਜੋਗ ਮਾਨਵਤਾ ਨੂੰ ਕਰ ਦਿੰਦੇ ਹੋ। ਪ੍ਰਮ ਪ੍ਰਾਂਤ ਦਹਿਣ। ਅਤੇ ਜਿਤਨਾ ਸ੍ਰਿਸ਼ਟੀ ਦਾ ਭਰਮ ਹੈ, ਜਿਤਨਾ ਸ੍ਰਿਸ਼ਟੀ ਦੇ ਵਿੱਚ ਭਰਮ ਅਤੇ ਭ੍ਰਾਂਤੀ, ਗੂੜੇ ਕਿਸਮ ਦੇ ਭਰਮ ਅਤੇ ਹਲਕੇ ਕਿਸਮ ਦੇ ਭਰਮ, ਚਾਹੇ ਕਿਸੇ ਦਾ ਧਰਮ ਦੇ ਸੰਬੰਧ ਵਿੱਚ ਹੈ। ਜਦ ਕਦੇ ਆਪ ਜੀ ਨੇ ਸ਼ਾਇਦ ਕਦੇ ਸੁਣਿਆ ਨਾ ਹੋਵੇ, ਵਰਲਡ ਕਾਉਂਸਲ ਆਫ ਰਿਲੀਜਨ ਪਾਰਲੀਮੈਂਟ ਇੱਕ ਦੁਨੀਆ ਦੇ ਵਿੱਚ ਵੱਡਾ ਸਿਲਸਿਲਾ ਜਿੱਥੇ ਸਾਰੇ ਧਰਮਾਂ ਦੀ ਸੰਸਦ ਚੱਲਦੀ ਹੈ। ਉੱਥੇ ਇੱਕ ਵਿਸ਼ਾ ਵਿਚਾਰਿਆ ਜਾਂਦਾ ਕਿ ਜਿੰਨੇ ਦੁਨੀਆ ਦੇ ਧਰਮ ਨੇ, ਇਹਨਾਂ ਦੇ ਵਿੱਚੋਂ ਕਿਹੜਾ ਐਸਾ ਧਰਮ ਹੈ ਜਾਂ ਉਹਦੇ ਵਿੱਚ ਕਿੰਨੀਆਂ ਸਮਰਥਾਵਾਂ ਨੇ ਕਿ ਉਹ ਸਾਰੀ ਦੁਨੀਆ ਦਾ ਸਾਂਝਾ ਧਰਮ ਬਣ ਸਕੇ। ਨਹੀਂ ਤਾਂ ਮਜ਼ਹਬਾਂ ਕਰਕੇ ਤਾਂ ਦੁਨੀਆ ਵੰਡੀ ਪਈ ਹੈ। ਉਸ ਸੰਸਦ ਦੇ ਵਿੱਚ ਇਹ ਗੱਲ ਵਿਚਾਰੀ ਜਾਂਦੀ ਹੈ। ਉਹਦੇ ਵਿੱਚ ਇੱਕ ਦਫਾ ਕਿਸੇ ਵਿਦਵਾਨ ਨੇ, ਅੰਗਰੇਜ਼ੀ ਵਿਦਵਾਨ ਨੇ, ਅਰਨਾਲਡ ਟਾਇਨਬੀ ਉਹਦਾ ਨਾਮ ਹੈ, ਉਹਨੇ ਇੱਕ ਗੱਲ ਦਫਾ ਵਿਚਾਰੀ। ਉਹਨੇ ਕਾਫੀ ਧਰਮ ਗ੍ਰੰਥ ਪੜ੍ਹੇ ਸਨ। ਉਹਨਾਂ ਧਰਮ ਗ੍ਰੰਥਾਂ ਦੇ ਵਿੱਚ ਉਹਨਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਪੰਕਤੀਆਂ ਦਾ ਜ਼ਿਕਰ ਕੀਤਾ ਕਿ ਨਰੋਲ ਧਰਮ ਦੀ ਸਥਾਪਨਾ ਸਿੱਖ ਮਤ ਨੇ ਕੀਤੀ ਹੈ। ਭੱਟ ਸਾਹਿਬਾਨਾਂ ਨੇ ਕਿਹਾ ਪ੍ਰਮ ਪ੍ਰਾਂਤ ਦਹਿਣ। ਅੱਜ ਜੀਵਨ ਦੇ ਵਿੱਚ ਕਦੇ ਥਿਓਲੋਜੀ ਨੂੰ ਪੜ੍ਹੋ ਅਤੇ ਕਰੋੜਾਂ ਪਰਿਭਾਸ਼ਾਵਾਂ ਮਿਲ ਜਾਂਦੀਆਂ ਨੇ ਧਰਮ ਦੀ, ਪਰ ਨਾ ਤਾਂ ਕੋਈ ਸੰਪੂਰਨ ਹੈ, ਨਾ ਕੋਈ ਵਰਲਡ ਵਾਈਡ ਵਿਆਪਕ ਹੈ। ਸਾਰੀਆਂ ਕਿਤੇ ਨਾ ਕੋਈ ਕਿਸੇ ਨਾ ਕਿਸੇ ਪੱਖ ਤੋਂ ਕੋਈ ਅਧੂਰੀ ਹੈ। ਇਸ ਕਰਕੇ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਮ ਪ੍ਰਾਂਤ ਦਹਿਣ ਕਿਵੇਂ ਹਨ, ਕਿਵੇਂ ਉਹ ਸਾਰੀ ਸ੍ਰਿਸ਼ਟੀ ਦਾ ਭਰਮ ਦੂਰ ਕਰਦੇ ਹਨ। ਧਰਮ ਦੇ ਸੰਬੰਧ ਵਿੱਚ ਧਰਮ ਕੀ ਹੈ,
ਇਸ ਗੱਲ ਨੂੰ ਲੈ ਕੇ ਬੜੇ ਲੋਕ ਭਰਮ ਦੇ ਵਿੱਚ ਚੱਲੇ ਜਾਂਦੇ ਹਨ ਅਤੇ ਸਮੁੱਚੇ ਵਿਸ਼ਵ ਨੂੰ ਧਰਮ ਦਾ ਸਹੀ ਸ਼ੁੱਧ ਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਦ੍ਰਿੜ ਕਰਾਉਂਦੇ ਹਨ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਕਿ ਧਰਮ ਦਾ ਮੂਲ ਸੂਤਰ ਇਹੀ ਹੈ ਕਿ ਧਰਮ ਜਿੰਨਾ ਚਿਰ ਸਾਧਨਾ ਵਿੱਚ ਪ੍ਰਵਿਰਤ ਨਹੀਂ ਹੁੰਦਾ, ਕੋਈ ਵੀ ਧਰਮ ਕਿਉਂ ਨਾ ਹੋਵੇ, ਉਹਦੇ ਉਪਦੇਸ਼ਾਂ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਇਸ ਕਰਕੇ ਹਰ ਕੋ ਨਾਮ ਕਿ ਵਿਆਪਕ ਅਕਾਲ ਪੁਰਖ ਪ੍ਰਭੂ ਦੇ ਨਾਲ ਜੁੜ ਕੇ ਅਤੇ ਜੀਵਨ ਦੀ ਇੰਨੀ ਪਵਿੱਤਰਤਾ ਕਮਾ ਲੈਣੀ, ਇਹੀ ਧਰਤੀ ਦਾ ਪ੍ਰਮੁੱਖ ਧਰਮ ਹੈ। ਉਹਨਾਂ ਨੇ ਇਸ ਨੁਕਤੇ ਨੂੰ ਵਿਚਾਰਿਆ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਨੁਕਤੇ ਦਾ ਨਿਵਾਰਨ ਕੀਤਾ ਹੋਇਆ ਹੈ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਭ੍ਰਮ ਭ੍ਰਾਂਤ ਦਹਿਣ, ਕਿ ਗੁਰੂ ਅਰਜਨ ਦੇਵ ਸਾਹਿਬ ਜੀ ਸਾਰੇ ਤਰ੍ਹਾਂ ਦੇ ਭਰਮਾਂ ਅਤੇ ਭ੍ਰਾਂਤੀਆਂ ਨੂੰ ਦਹਿਣ ਭਾਵ ਖਤਮ ਕਰਨ ਵਾਲੇ ਹਨ, ਸਮਾਪਤ ਕਰਨ ਵਾਲੇ ਹਨ। ਸੀਤਲ ਸੁਖ ਦਾਤੋ। ਤਾਂ ਭੱਟ ਸਾਹਿਬਾਨ ਜੀ ਆਖਦੇ ਨੇ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਸਾਰੇ ਸੰਸਾਰ ਨੂੰ ਸੁੱਖ ਵੀ ਪ੍ਰਦਾਨ ਕਰਦੇ ਹਨ, ਪਰ ਸੁੱਖ ਉਹ ਦਿੰਦੇ ਹਨ ਜਿਹੜੇ ਸੀਤਲ ਹਨ, ਜਿਹੜੇ ਠੰਡਕ ਦੇਣ ਵਾਲੇ ਹਨ। ਕਿਸੇ ਮਨੁੱਖ ਨੂੰ ਹੁਣ ਜਿਵੇਂ ਸੁੱਖਾਂ ਦਾ ਜ਼ਿਕਰ ਚੱਲਦਾ ਹੈ, ਕੋਈ ਮਨੁੱਖ ਕਹਿੰਦਾ ਕਿ ਮੈਂ ਮਾਇਕੀ ਸਮਰੱਥਾ ਕਰਕੇ ਬੜਾ ਕੰਗਾਲ ਹਾਂ, ਬੜਾ ਕਮਜ਼ੋਰ ਹਾਂ। ਹੁਣ ਅਗਲਾ ਮਨੁੱਖ ਸੋਚੇਗਾ ਕਿ ਇਹਨੂੰ ਸੁੱਖ ਦੇਣਾ ਹੈ, ਕਰੋੜ ਰੁਪਏ ਦੀ ਸੰਪੱਤੀ ਦੇ ਦਿਓ, ਹੋ ਸਕਦਾ ਸੁਖੀ ਹੋ ਜਾਵੇ। ਪਰ ਹੁਣ ਕਰੋੜ ਦੀ ਸੰਪੱਤੀ ਦੇਣ ਤੋਂ ਬਾਅਦ ਇਸ ਗੱਲ ਦਾ ਕੀ ਸਾਡੇ ਕੋਲੋਂ ਕੋਈ ਨਿਸ਼ਚਿਤ ਦਾਇਰਾ ਹੈ ਕਿ ਉਹਨੂੰ ਕਰੋੜ ਦੀ ਦਿੱਤੀ ਹੋਈ ਸੰਪੱਤੀ ਦੇ ਵਿੱਚ ਉਸ ਸਮਰੱਥਾ ਨੂੰ ਪਾ ਕੇ ਉਹ ਇਮਾਨਦਾਰ ਰਹੇਗਾ, ਉਹ ਧਰਮੀ ਜੀਵਨ ਵਾਲਾ ਰਹੇਗਾ, ਜਾਂ ਉਹਦੀ ਤ੍ਰਿਸ਼ਨਾ ਕਰੋੜ ਤੋਂ ਅੱਗੇ ਨਹੀਂ ਜਾਏਗੀ? ਇਸ ਗੱਲ ਦੀ ਕੀ ਸੰਭਾਵਨਾ ਹੈ? ਇਸ ਕਰਕੇ ਭੱਟ ਸਾਹਿਬਾਨ ਆਖਦੇ ਸੀਤਲ ਸੁੱਖ ਦਾਤਉ, ਕਿ ਗੁਰੂ ਅਰਜਨ ਦੇਵ ਸਾਹਿਬ ਜਦੋਂ ਕਿਸੇ ਨੂੰ ਦਾਤ ਦਿੰਦੇ ਹਨ ਜਿਹੜੀ ਸੁੱਖ ਦੇਣ ਵਾਲੀ ਹੈ, ਉਸ ਦਾਤ ਦੇ ਵਿੱਚ ਉਹਨਾਂ ਨੇ ਸੀਤਲਤਾ ਵੀ ਸਮਾਈ ਹੈ। ਭਾਵ ਕਿ ਜੇ ਮਾਇਆ ਦੀ ਬਖਸ਼ਿਸ਼ ਕਰਦੇ ਹਨ ਤਾਂ ਮਾਇਆ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਸੰਤੋਖ ਰੂਪ ਧਨ ਦਿੰਦੇ ਹਨ। ਜੇ ਗ੍ਰਸਤ ਦੀ ਪਰਿਪੂਰਤਾ ਦਾ ਵਰਦਾਨ ਦਿੰਦੇ ਹਨ ਅਤੇ ਗ੍ਰਸਤ ਦੇ ਵਿੱਚ ਰਹਿੰਦਿਆਂ ਮਾਲਕ ਨੂੰ ਪਛਾਣਨ ਦਾ ਵੀ ਭੇਦ ਨਾਲੇ ਦਿੰਦੇ ਹਨ। ਜੇ ਵੈਰਾਗੀ ਨੂੰ ਸੰਸਾਰ ਦੇ ਵਿੱਚ ਸੰਸਾਰ ਤੋਂ ਪਰਾਂ ਰਹਿ ਕੇ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਦੀ ਕਿਰਪਾ ਕਰਦੇ ਹਨ ਅਤੇ ਉਹਦੇ ਅੰਦਰ ਸੰਸਾਰ ਦਾ ਵੀ ਰਸ ਭਰ ਦਿੰਦੇ ਹਨ। ਇਸ ਕਰਕੇ ਆਖਦੇ ਹਨ ਸੀਤਲ ਸੁੱਖ ਦਾਤੋ। ਸੀਤਲ ਸੁੱਖ ਕੀ ਹੁੰਦਾ ਹੈ? ਸਿੱਧਾ ਜਿਹਾ ਨੁਕਤਾ ਵਿਚਾਰ ਦੇਵਾਂ। ਵਾਤਾ ਅਨੁਕੂਲਿਤ ਯੰਤਰਾਂ ਦੀ ਠੰਡਕ ਅਸੀਂ ਮਾਣਦੇ ਹਾਂ ਅੰਦਰ ਬੈਠੇ ਕਮਰੇ ਦੇ ਵਿੱਚ, ਪਰ ਸਾਡਾ ਸੁੱਖ ਬਾਹਰਲਾ ਜਿਹੜਾ ਵਾਤਾਵਰਨ ਹੈ ਉਹਦੇ ਲਈ ਸਰਾਪ ਬਣਿਆ ਹੋਇਆ। ਉਹਦੀ ਤਪਸ਼ ਦੇ ਵਿੱਚ ਸਾਡਾ ਸੁੱਖ ਵਾਧਾ ਕਰ ਰਿਹਾ, ਬਾਹਰਲੇ ਤਾਪਮਾਨ ਦੇ ਵਿੱਚ ਸਾਡਾ ਸੁੱਖ ਸ੍ਰਿਸ਼ਟੀ ਦੇ ਲਈ, ਬ੍ਰਹਿਮੰਡ ਦੇ ਲਈ ਦੁੱਖ ਬਣ ਰਿਹਾ ਹੈ। ਪਰ ਭੱਟ ਸਾਹਿਬਾਨ ਆਖਦੇ ਹਨ ਸੀਤਲ ਸੁੱਖ ਦਾਤਉ, ਕਿ ਗੁਰੂ ਅਰਜਨ ਦੇਵ ਸਾਹਿਬ ਜੀ ਐਸਾ ਸੁੱਖ ਬਖਸ਼ਿਸ਼ ਕਰਦੇ ਹਨ ਜਿਸ ਸੁੱਖ ਦੇ ਵਿੱਚ ਸੀਤਲਤਾ ਹੈ। ਭਾਵ ਕਿ ਉਹਨਾਂ ਕੋਲੋਂ ਪਰਮ ਬਖਸ਼ਿਸ਼ ਨੂੰ ਪਾ ਕੇ ਵੀ ਜੀਵਨ ਠਹਿਰਾਓ ਵਿੱਚ ਰਹਿੰਦਾ ਹੈ। ਅਸੰਭਵ ਉਦਵਿਓ ਪੁਰਖ ਪੂਰਨ ਵਿਦਾਤੋ। ਤਾਂ ਭੱਟ ਸਾਹਿਬਾਨ ਜੀ ਆਖਦੇ ਨੇ ਆਪਣੇ ਆਪ ਤੋਂ ਪ੍ਰਕਾਸ਼ਮਾਨ ਹਨ। ਹੁਣ ਵਾਰ-ਵਾਰ ਮਨੁੱਖ ਹੀ ਜ਼ਿਕਰ ਆਉਂਦਾ ਤਾਂ ਮਨੁੱਖ ਜਾਣਨਾ ਚਾਹੇਗਾ ਕਿ ਜਨਮ ਤਾਂ ਜਿਹੜਾ ਹੈ ਆਮ ਮਨੁੱਖੀ ਜੰਮਣ ਦੀ ਪ੍ਰਕਿਰਿਆ ਹੈ, ਉਹਦੇ ਅੰਤਰ ਹੀ ਸਤਿਗੁਰੂ ਸਾਹਿਬ ਜੀ ਦਾ ਹੁੰਦਾ ਹੈ। ਤਾਂ ਫਿਰ ਆਪਣੇ ਆਪ ਤੋਂ ਪ੍ਰਕਾਸ਼ਮਾਨ ਕਿਵੇਂ ਹਨ? ਹੁਣ ਜਿਵੇਂ ਕੋਈ ਹੈ, ਕੁਦਰਤੀ ਹੈ, ਘੁਮਾਰ ਇੱਕ ਭਾਂਡਾ ਘੜ ਦਿੰਦਾ ਹੈ। ਹੁਣ ਉਹਨੇ ਕੇਵਲ ਭਾਂਡਾ ਘੜਿਆ ਹੈ, ਉਹ ਭਾਂਡਾ ਦੁੱਧ ਨੂੰ ਵੀ ਸਮਾਉਣ ਦੇ ਸਮਰੱਥ ਹੈ, ਕਿਸੇ ਅਨਾਜ ਨੂੰ ਵੀ ਸਾਂਭਣ ਦੇ ਸਮਰੱਥ ਹੈ, ਕਿਸੇ ਹੋਰ ਵਸਤੂ ਨੂੰ ਸਾਂਭਣ ਦੇ ਸਮਰੱਥ ਹੈ। ਉਹੀ ਭਾਂਡਾ ਸ਼ੀਸ਼ੇ ਦੇ ਕੰਮ ਵੀ ਆਉਂਦਾ, ਘੜੇ 'ਚ ਪਾਣੀ ਪਾ ਲਓ, ਮੁੱਖ ਦੇਖਣ ਦੇ ਕੰਮ ਆਉਂਦਾ ਹੈ। ਉਹਨੇ ਤਾਂ ਕੇਵਲ ਆਕਾਰ ਸਾਜਿਆ ਹੈ, ਬਾਕੀ ਕਿੰਨੇ ਗੁਣਾਂ ਦੇ ਵਿੱਚ ਉਸ ਭਾਂਡੇ ਦੀ ਵਰਤੋਂ ਹੋ ਰਹੀ ਹੈ, ਉਹ ਉਸ ਭਾਂਡੇ ਦਾ ਆਪਣਾ ਜੀਵਨ ਹੈ। ਇਸ ਕਰਕੇ ਅਸੰਭਵ ਆਪਣੇ ਆਪ ਤੋਂ ਪ੍ਰਕਾਸ਼ ਹੋਣ ਦਾ ਭਾਵ ਇਹ ਹੈ ਕਿ ਜਿਹੜਾ ਜਗਤ ਰਚਨਾ ਦਾ ਨਿਜ਼ਾਮ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਰਚਿਆ ਹੈ, ਉਹਦੇ ਵਿੱਚੋਂ ਆਪ ਹੋ ਕੇ ਆ ਗਏ ਹਨ। ਪਰ ਅੱਗੇ ਜਿੰਨਾ ਕਿਹਾ ਨਾ, ਸੁੱਤੇ ਸਿੱਧ ਆਪਣੇ ਆਪ ਤੋਂ ਪ੍ਰਕਾਸ਼ਮਾਨ ਹਨ। ਹੁਣ ਜਿੰਨੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜੀਵਨ ਵਿੱਚ ਕਰੁਣਾ ਦਇਆ ਹੈ, ਜੇ ਆਪਣੇ ਆਪ ਤੋਂ ਪ੍ਰਕਾਸ਼ਮਾਨ ਹਨ ਤਾਂ ਹੀ ਸੰਪੂਰਨ ਹੈ। ਨਹੀਂ ਤਾਂ ਕਿਹੜਾ ਮਾਤਾ ਪਿਤਾ ਕਿ ਬੱਚੇ ਦੇ ਰੋਮ ਰੋਮ ਦੇ ਵਿੱਚ ਦਇਆ ਭਰ ਦੇਵੇ?
ਆਪਣੇ ਆਪ ਤੋਂ ਪ੍ਰਕਾਸ਼ਮਾਨ ਦਾ ਭਾਵ ਇਹ ਹੈ ਕਿ ਜਿੰਨੇ ਸ਼ੁਭ ਗੁਣਾਂ ਦਾ, ਗਿਆਨ ਦਾ, ਕਰੁਣਾ ਦਾ ਪ੍ਰਕਾਸ਼ ਉਹ ਧਰਤੀ 'ਤੇ ਲੈ ਕੇ ਆਏ ਹਨ, ਉਹਨਾਂ ਦੇ ਆਪਣੇ ਆਪ ਦੇ ਵਿੱਚ ਸੰਪੂਰਨ ਹੈ। ਇਸ ਕਰਕੇ ਆਖਦੇ ਨੇ ਅਸੰਭੀ ਅਸੰਭਵ ਉਦਵਿਓ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋ ਕੇ ਉਦੈ ਹੋਏ ਹਨ। ਪੁਰਖ ਪੂਰਨ ਵਿਧਾਤੋ, ਅਤੇ ਹਰ ਕਿਰਿਆ ਦੇ ਵਿੱਚ, ਹਰ ਕਰਨੀ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਪੁਰਖ ਹੋ ਕੇ, ਵਿਆਪਕ ਹੋ ਕੇ, ਪੂਰਨ ਹੋ ਕੇ ਸਭ ਬਿਧ ਆਪ ਹੀ ਵਰਤਾਉਂਦੇ ਹਨ। ਹੁਣ ਪੁਰਖ ਪੂਰਨ ਵਿਧਾਤੋ, ਹੁਣ ਕਈ ਦਫਾ, ਬਹੁਤ ਦਫਾ ਬੇਨਤੀ ਕੀਤੀ ਹੈ ਕਿ ਗੁਰੂ ਸਾਹਿਬਾਨਾਂ ਦੇ, ਖਾਸ ਕਰਕੇ ਭੱਟ ਸਾਹਿਬਾਨ ਦੀ ਬਾਣੀ ਨੂੰ ਥੋੜ੍ਹਾ ਜਿਹਾ ਜੇ ਸਰਲ ਢੰਗ ਨਾਲ ਸਮਝਣਾ ਹੈ ਤਾਂ ਜਿੰਨਾ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਇਹਨੂੰ ਗੌ ਦੇ ਨਾਲ ਪੜ੍ਹ ਲਓ। ਗੁਰੂ ਸਾਹਿਬ ਜੀ ਨੇ ਇੱਕ ਸਿੱਖ ਨੂੰ ਪੱਤਰਕਾ ਲਿਖੀ, ਫਫੜੇ ਭਾਈ ਕੇ ਦੇ ਰਹਿਣ ਵਾਲੇ ਸਨ ਭਾਈ ਬਹਿਲੋ ਜੀ। ਉਹਨਾਂ ਨੂੰ ਕਿਹਾ ਕਿ ਤੁਹਾਡੀ ਸਾਧਨਾ ਕਬੂਲ ਹੋ ਗਈ ਹੈ, ਹੁਣ ਤੁਸੀਂ ਸਾਡੇ ਦਰ 'ਤੇ ਆ ਕੇ ਸੇਵਾ ਕਮਾ ਕੇ ਆਪਣਾ ਜੀਵਨ ਪੂਰੀ ਤਰ੍ਹਾਂ ਸਫਲ ਕਰ ਲਓ। ਉਹ ਸਖੀ ਸਰਵਰੀਆਂ ਨੂੰ ਮੰਨਣ ਵਾਲੇ ਸਨ। ਜਦੋਂ ਭਾਈ ਬਹਿਲੋ ਨੇ ਪੱਤਰ ਭੇਜਿਆ, ਸਿੱਖ ਦਾ ਫੜਿਆ, ਕਹਿਣ ਲੱਗਾ ਠੀਕ ਹੈ, ਕਹਿਣ ਲੱਗਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਮੈਨੂੰ ਸਤਿਗੁਰੂ ਕਹਿਣ ਵੀ ਤੇਰੀ ਸਾਧਨਾ ਹੁਣ ਇੱਥੇ ਆ ਕੇ ਪੂਰੀ ਹੋਣੀ ਹੈ, ਤੇਰੀ ਉੱਪਰ ਸਾਡੀ ਨਜ਼ਰ ਹੋ ਗਈ ਅਤੇ ਆ ਕੇ ਆਪਣੀ ਇੱਥੇ ਸਾਧਨਾ ਕਰ ਲੈ ਅਤੇ ਆਪ ਤੇਰਾ ਜੀਵਨ ਸਫਲ ਹੋ ਜਾਵੇ। ਭਾਈ ਬਹਿਲੋ ਕਹਿਣ ਲੱਗਾ ਮੇਰੀ ਗੱਲ ਮੰਨਣ 'ਚ ਨਹੀਂ ਆਉਂਦੀ, ਮੈਂ ਇਸ ਗੱਲ ਨੂੰ ਨਹੀਂ ਮੰਨਦਾ। ਉਹ ਸਿੱਖ ਕਹਿਣ ਲੱਗਾ ਗੁਰੂ ਪੂਰਨ ਹਨ, ਤੂੰ ਇਸ ਗੱਲ ਦਾ ਵਿਸ਼ਵਾਸ ਰੱਖ, ਉਹਨਾਂ ਦੇ ਪੱਤਰ ਦੇ ਉੱਪਰ ਅਮਲ ਕਰਕੇ ਚੱਲ। ਕਹਿਣ ਲੱਗਾ ਨਹੀਂ, ਮੈਂ ਨਹੀਂ ਮੰਨ ਸਕਦਾ। ਉਹਨੇ ਪੱਤਰ ਲਿਖ ਦਿੱਤਾ ਕਿ ਗੁਰੂ ਸਾਹਿਬ ਜੀ ਜੋ ਤੁਸੀਂ ਲਿਖਿਆ ਠੀਕ ਹੋ ਸਕਦਾ ਹੈ, ਪਰ ਜੇ ਤੁਸੀਂ ਮੈਨੂੰ ਪੂਰਬਲੇ ਜਨਮਾਂ ਦਾ ਹਾਲ ਇੱਕ ਤਾਂ ਲਿਖ ਕੇ ਭੇਜੋ, ਦੂਜਾ ਮੈਨੂੰ ਆਪਣੇ ਪੂਰਬ ਜਨਮ ਦਾ ਹਾਲ ਅਨੁਭਵ ਕਰਾਓ, ਚਾਹੇ ਸੁਪਨ ਅਵਸਥਾ ਦੇ ਵਿੱਚ, ਚਾਹੇ ਜਾਗਰਤ ਅਵਸਥਾ ਦੇ ਵਿੱਚ। ਜੇ ਇਹ ਦੋ ਗੱਲਾਂ ਆਪ ਜੀ ਕਰ ਸਕੇ ਤਾਂ ਮੈਂ ਆਪ ਜੀ ਨੂੰ ਸਮਰੱਥ ਜਾਣਾਂਗਾ। ਗੁਰੂ ਅਰਜਨ ਦੇਵ ਸਾਹਿਬ ਜੀ ਕੋਲੋਂ ਪੱਤਰ ਆਇਆ, ਗੁਰੂ ਸਾਹਿਬ ਜੀ ਪ੍ਰਸੰਨ ਹੋ ਗਏ। ਆਪਣੇ ਹਸਤ ਕਮਲਾ ਦੇ ਨਾਲ ਗੁਰੂ ਸਾਹਿਬ ਜੀ ਨੇ ਉਹਦੇ ਪੂਰਬਲੇ ਜਨਮ ਦਾ ਹਾਲ ਲਿਖ ਦਿੱਤਾ। ਬਾਕੀ ਜਿਹੜਾ ਹਾਲ ਉਹਨੂੰ ਸੁਪਨ ਅਵਸਥਾ ਦੇ ਵਿੱਚ ਅਨੁਭਵ ਕਰਾ ਦਿੱਤਾ। ਭਾਈ ਬਹਿਲੋ ਨੂੰ ਪ੍ਰਤੱਖ ਪਤਾ ਲੱਗ ਗਿਆ ਕਿ ਕਿਵੇਂ ਮੇਰੀ ਰਚਨਾ ਰਚੀ ਗਈ ਸੀ, ਕਿਵੇਂ ਜਨਮ ਦਰ ਜਨਮ ਪਾ ਕੇ ਮੈਂ ਸੇਵਾ ਕਰਦਾ ਰਿਹਾ, ਭਟਕਦਾ ਰਿਹਾ, ਅਤੇ ਹੁਣ ਮੇਰੇ 'ਤੇ ਕਿਵੇਂ ਗੁਰੂ ਅਰਜਨ ਦੇਵ ਸਾਹਿਬ ਦੀ ਮਿਹਰ ਹੋਈ ਹੈ ਅਤੇ ਕਿਵੇਂ ਮੈਨੂੰ ਬੁਲਾ ਰਹੇ ਹਨ। ਚੰਗਾ ਭਲਾ ਕਾਰੋਬਾਰੀ ਵੀ ਸੀ, ਮਾਲਵੇ ਦੇ ਵਿੱਚ ਪੂਰੇ ਸਖੀ ਸਰਵਰੀਆਂ ਦਾ ਹੈੱਡ ਸੀ। ਸਾਰੇ ਕੁਝ ਨੂੰ ਛੱਡ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਆ ਗਿਆ। ਇਸ ਕਰਕੇ ਭੱਟ ਸਾਹਿਬਾਨ ਆਖਦੇ ਨੇ ਪੁਰਖ ਪੂਰਨ ਵਿਧਾਤੋ। ਵੈਸੇ ਜੇ ਇਸ ਰਮਜ ਨੂੰ ਬਿਆਨ ਕਰਨਾ ਹੋਵੇ ਸ਼ੁੱਧ ਫਿਲਾਸਫੀ 'ਚ ਤਾਂ ਕਿਸੇ ਨੂੰ ਸਮਝ ਨਹੀਂ ਆਏਗਾ, ਪਰ ਜੇ ਇਸ ਤਰ੍ਹਾਂ ਦੇ ਪ੍ਰਮਾਣ ਨਾਲ ਸਮਝਾਂਗੇ ਤਾਂ ਥੋੜ੍ਹਾ ਨੇੜੇ ਹੋ ਜਾਵਾਂਗੇ ਕਿ ਜਿਸ ਦਿਨ ਸਾਡੀ ਰਚਨਾ ਰਚੀ ਗਈ ਇਸ ਧਰਤੀ 'ਤੇ ਅਸੀਂ ਧਰਮ ਅਧਰਮ ਦੀ ਕਿੰਨੀ ਕਮਾਈ ਕੀਤੀ ਹੈ, ਨੇਕ ਨੀਅਤ ਦੇ ਨਾਲ ਕਿਤਨੀ ਕਰਮਸ਼ੀਲਤਾ ਕੀਤੀ ਹੈ, ਬਦੀ ਦੇ ਕਿੰਨੇ ਕਰਮ ਕਮਾਏ ਹਨ, ਔਗੁਣਾਂ ਦੀ ਗੱਠੜੀ ਕਿੰਨੀ ਭਾਰੀ ਹੈ, ਗੁਣਾਂ ਦੀ ਰਾਸ ਸਾਡੀ ਕਿੰਨੀ ਕੁ ਪੱਲੇ ਹੈ। ਸਾਡੀ ਸਾਰੀ ਵਿਥਿਆ ਨੂੰ ਗੁਰੂ ਅਰਜਨ ਦੇਵ ਸਾਹਿਬ ਜਾਣਦੇ ਹਨ, ਕਿਉਂਕਿ ਪੁਰਖ ਹਨ। ਪੁਰਖ ਦਾ ਭਾਵ ਵਿਆਪਕ ਹਨ, ਫਿਰ ਪੂਰਨ, ਫਿਰ ਸਾਡੇ ਸਾਰੇ ਜੀਵਨ ਨੂੰ ਸੰਭਾਲ ਕੇ ਅੱਗੇ ਲਿਖਿਆ ਵਿਧਾਤੋ, ਸਾਰੀ ਵਿਧ ਵੀ ਆਪ ਰਚਣ ਵਾਲੇ ਹਨ। ਭਾਵ ਕਿ ਫਿਰ ਪਵਿੱਤਰ ਹਰਿਮੰਦਰ ਸਾਹਿਬ ਦੇ ਜਦੋਂ ਨਿਰਮਾਣ ਕਾਰਜ ਚੱਲ ਰਿਹਾ ਸੀ, ਉਹਦੇ ਵਿੱਚ ਭਾਈ ਬਹਿਲੋ ਜੀ ਨੇ ਜਿਹੜਾ ਗਾਰਾ ਬਹੁਤ ਮੈਲਾ ਹੁੰਦਾ, ਜਿਵੇਂ ਆ ਗਲੀਆਂ ਦੇ ਵਿੱਚ ਗਾਰ ਹੁੰਦੀ ਹੈ ਗੱਡਰ ਆਦਿਕ ਦੀ, ਇਹਦੇ ਨਾਲ ਇੱਟਾਂ ਬੜੀਆਂ ਕਮਾਲ ਦੀਆਂ ਪੱਕਦੀਆਂ ਸਨ, ਕਿਉਂਕਿ ਅੰਦਰ ਥੋੜ੍ਹਾ ਚੀਕਣਾਪਨ ਵੱਧ ਹੁੰਦਾ, ਕੋਈ ਨਹੀਂ ਸੀ ਤਿਆਰ ਹੁੰਦਾ। ਅਤੇ ਭਾਈ ਬਹਿਲੋ ਜੀ ਨੇ ਖੁਦ, ਵੱਡੇ ਵਪਾਰੀ ਵੀ ਸਨ, ਖੁਦ ਜਿਹੜੇ ਉਸ ਗਾਰ ਦੇ ਟੋਕਰੇ ਉਠਾ ਕੇ ਆਵਿਆਂ ਦੇ ਵਿੱਚ ਪਾਏ ਤਾਂ ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ। ਜ਼ਿਕਰ ਉਹਨਾਂ ਨੂੰ ਬਖਸ਼ਿਸ਼ ਕੀਤੀ ਸੀ, ਜਿਵੇਂ ਸਾਰਿਆਂ ਨੂੰ ਬੜੇ ਗੁਰਸਿੱਖਾਂ ਨੂੰ ਕੀਤੀ ਸੀ, ਇਵੇਂ ਭਾਈ ਬਹਿਲੋ ਜੀ ਨੂੰ ਵੀ ਕੀਤੀ। ਭਾਈ ਬਹਿਲੋ ਸਭ ਤੋਂ ਪਹਿਲਾਂ। ਇਸ ਕਰਕੇ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਵਿਧਾਤੋ, ਕਿ ਆਪੇ ਹੀ ਰਚਨਾ ਰਾਚਦੇ ਹੋ, ਆਪੇ ਹੀ ਮਾਇਆ ਦੇ ਪ੍ਰਪੰਚ ਵਿੱਚ ਭਰਮਾ ਕੇ, ਫਿਰ ਆਪੇ ਹੀ ਧਰਮ ਦਾ ਪ੍ਰਕਾਸ਼ ਕਰਕੇ, ਫਿਰ ਆਪੇ ਹੀ ਵਿਧੀ ਰਚ ਕੇ ਸਾਨੂੰ ਆਪਣੇ ਆਪ ਦੇ ਨਾਲ ਗੁਰੂ ਸਾਹਿਬ ਜੀ ਮਿਲਾ ਲੈਂਦੇ ਹੋ। ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ। ਤਾਂ ਭੱਟ ਸਾਹਿਬਾਨ ਜੀ ਆਖਦੇ ਹਨ, ਹੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਜੋ ਆਦਿ ਪੁਰਖ ਪ੍ਰਗਟ ਹੋਏ, ਅੰਗਦ ਉਸ ਤੋਂ ਬਾਅਦ ਗੁਰੂ ਅੰਗਦ ਸਰੂਪ ਦੇ ਵਿੱਚ ਗੁਰੂ ਨਾਨਕ ਨੇ ਪਰਮ ਪ੍ਰਕਾਸ਼ ਧਾਰਿਆ, ਗੁਰੂ ਅਮਰਦਾਸ ਰੂਪ ਦੇ ਵਿੱਚ ਆਪਣੀ ਕਲਾ ਦਾ ਵਿਥਾਰ ਕੀਤਾ। ਕਹਿੰਦੇ ਉਹੀ ਸਤਿਗੁਰੂ ਸਾਹਿਬ ਜੀ
ਉਹਨਾਂ ਦੇ ਦੁਆਰਾ ਦ੍ਰਿੜ ਕੀਤੇ ਹੋਏ ਸ਼ਬਦ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਜੀ ਸਮਾ ਗਏ ਹੋ। ਧੰਨ ਧੰਨ ਗੁਰੂ ਰਾਮਦਾਸ ਗੁਰ, ਜਿਨ ਪਾਰਸ ਪਰਸ ਮਿਲਾਇਓ। ਕਿ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ, ਜਿਨ੍ਹਾਂ ਨੇ ਆਪਣੇ ਮੁਬਾਰਕ ਚਰਨਾਂ ਦੇ ਨਾਲ ਜੋੜ ਕੇ ਆਪ ਜੀ ਨੂੰ ਪਾਰਸ ਵਰਗੇ ਕਰ ਦਿੱਤਾ ਹੈ। ਜੈ ਜੈਕਾਰ ਜਾਸ ਜਗ ਅੰਦਰ, ਮੰਦਰ ਭਾਗ ਜੁਗਤ ਸਿਵ ਰਹਿਤਾ। ਤਾਂ ਭੱਟ ਸਾਹਿਬਾਨ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਰਮ ਸਰੂਪ ਦਾ ਜ਼ਿਕਰ ਕਰਦੇ ਹਨ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਧਰਤੀ 'ਤੇ ਕਿਵੇਂ ਰਹਿ ਰਹੇ ਹਨ। ਕਹਿੰਦੇ ਜੈ ਜੈਕਾਰ ਜਾਸ ਜਗ ਅੰਦਰ, ਕਿ ਅਸੀਂ ਨਹੀਂ ਕੇਵਲ ਗੁਰੂ ਸਾਹਿਬ ਜੀ ਦੇ ਸਾਹਮਣੇ ਹੋ ਕੇ ਗੁਰੂ ਸਾਹਿਬ ਦੀ ਸਿਫਤ ਕਰ ਰਹੇ, ਸ੍ਰਿਸ਼ਟੀ ਦੇ ਜਿੰਨੀ ਲੋਕਾਈ ਦੇ ਵਿੱਚ, ਭਾਵ ਕਿ ਜਿਨ੍ਹਾਂ ਨੇ ਗੁਰੂ ਨਾਨਕ ਸਰੂਪ ਦੁਆਰਾ ਅਕਾਲ ਪੁਰਖ ਨੂੰ ਜਾਣਿਆ, ਉਹ ਹੁਣ ਜਦੋਂ ਅਕਾਲ ਪੁਰਖ ਰੂਪ ਵਿੱਚ ਗੁਰੂ ਨਾਨਕ ਨੂੰ ਸਿਮਰਦੇ ਹਨ, ਉਸੇ ਸਰੂਪ ਦੇ ਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਕਾਸ਼ਮਾਨ ਹਨ। ਇਸ ਕਰਕੇ ਸਾਰੀ ਸ੍ਰਿਸ਼ਟੀ ਦੇ ਅੰਦਰ ਕਹਿੰਦੇ ਜੋ ਗੁਰੂ ਅਰਜਨ ਸਰੂਪ ਸਾਹਿਬ ਜੀ ਦੀ ਜੈ ਜੈਕਾਰ ਹੋ ਰਹੀ ਹੈ, ਉਹ ਉਸ ਸਾਰੀ ਨੂੰ ਸੁਣਦੇ ਹਨ, ਮਾਣਦੇ ਹਨ ਅਤੇ ਉਸ ਜੈ ਜੈਕਾਰ ਕਰਨ ਵਾਲਿਆਂ ਨੂੰ ਨਵਾਜ਼ਿਸ਼ ਕਰਦੇ ਹਨ। ਭੱਟ ਸਾਹਿਬਾਨਾਂ ਨੇ ਇਹ ਕਿਹਾ, ਹੁਣ ਇਹ ਸਾਨੂੰ ਭੁਲੇਖਾ ਰਹਿ ਜਾਂਦਾ ਕਈ ਵਾਰ ਭੱਟ ਬਾਣੀ ਜਿਹੜੇ ਪੜ੍ਹਦੇ ਹਨ, ਕਿ ਜੇ ਭੱਟ ਸਾਹਿਬਾਨ ਤਾਂ ਉਹਨਾਂ ਨੇ ਸਾਹਮਣੇ ਦੇਖਿਆ ਤਾਂ ਉਸਤਤ ਉਚਾਰਨ ਕਰ ਦਿੱਤੀ, ਜਾਂ ਉਹਨਾਂ 'ਤੇ ਵਿਸ਼ੇਸ਼ ਕਿਰਪਾ ਹੋਈ ਤਾਂ ਉਹਨਾਂ ਨੇ ਉਸਤਤ ਉਚਾਰਨ ਕਰ ਦਿੱਤੀ। ਤਾਂ ਭੱਟ ਸਾਹਿਬਾਨ ਇਸ ਗੱਲ ਨੂੰ ਸਪਸ਼ਟ ਕਰਦੇ ਹਨ, ਜੈ ਜੈਕਾਰ ਜਾਸ ਜਗ ਅੰਦਰ, ਕਿ ਕਿਤੇ ਭੁਲੇਖਾ ਨਾ ਰਹਿ ਜਾਵੇ ਕਿ ਗੁਰੂ ਕੀ ਸਿਫਤ ਉਚਾਰਨ ਵਾਲੇ ਇਕੱਲੇ ਭੱਟ ਸਾਹਿਬਾਨ ਹਨ। ਇੰਝ ਤਾਂ ਫਿਰ ਭਾਈ ਨੰਦ ਲਾਲ ਜੀ ਨੇ ਵੀ ਉਸਤਤ ਉਚਾਰੀ ਹੈ। ਸੰਸਕ੍ਰਿਤ ਦੇ ਕਈ ਪੰਡਤਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੰਬੰਧੀ ਅਕਾਵਸ਼ਟ ਛਾਪ ਲਿਖੇ ਨੇ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਕਿ ਸ੍ਰਿਸ਼ਟੀ ਦੇ ਹਰ ਹਿੱਸੇ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਜੀ ਦੇ ਪਰਮ ਸਰੂਪ ਦੀ ਜੈ ਜੈਕਾਰ ਹੈ। ਇਸ ਸਾਰੀ ਜੈ ਜੈਕਾਰ ਨੂੰ ਸੁਣਦਿਆਂ ਮਾਣਦਿਆਂ ਹੋਇਆਂ ਵੀ ਆਪ ਇਸ ਜਗ ਦੇ ਅੰਦਰ ਨਿਰਲੇਪ ਰੂਪ ਵਿੱਚ ਰਹਿੰਦੇ ਹੋ। ਮੰਦਰ ਭਾਗ ਜੁਗਤ ਸਿਵ ਰਹਿਤਾ, ਕਿ ਇਸ ਸੰਸਾਰ ਦੇ ਵਿੱਚ ਸੁਭਾਗ ਵਰਤਾਉਣ ਵਾਲੇ ਹੋ। ਜਿਵੇਂ ਮੰਦਰ ਦੁਆਰ 'ਤੇ ਜਾ ਕੇ ਹਰ ਕੋਈ ਆਪਣੇ ਸ਼ੁਭ ਲੱਖਣ ਜਾਣਦਾ ਹੈ, ਕਹਿੰਦੇ ਆਪ ਜੀ ਇਸ ਸੰਸਾਰ ਦੇ ਵਿੱਚ ਰਹਿ ਕੇ ਸੁਭਾਗ ਵਰਤਾਉਣ ਵਾਲੇ ਹੋ। ਸੁਭਾਗ ਦਾ ਭਾਵ ਮਨ ਮੁਖਾਂ ਨੂੰ ਗੁਰਮੁਖ ਬਣਾਉਣ ਵਾਲੇ ਹੋ, ਪਾਪੀਆਂ ਨੂੰ ਮੈਲ ਹਰ ਕੇ ਪਾਪ ਮੁਕਤ ਕਰਨ ਵਾਲੇ ਹੋ। ਜੁਗਤ ਸਿਵ ਰਹਿਤਾ, ਇਸ ਸਾਰੇ ਕੁਝ ਤੋਂ ਕਾਲ ਚੱਕਰ ਤੋਂ ਅਲੇਪ ਰਹਿੰਦੇ ਹੋ। ਗੁਰ ਪੂਰਾ ਪਾਇਓ ਵੱਡ ਭਾਗੀ, ਲਿਵ ਲਾਗੀ ਮੇਦਨ ਪਰ ਸਹਿਤਾ। ਤਾਂ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪ ਜੀ ਨੇ ਵਡਭਾਗੀ ਰੂਪ ਦੇ ਵਿੱਚ ਗੁਰੂ ਰੂਪ ਜਾਣ ਕੇ ਪਰਸਿਆ। ਫਿਰ ਆਪ ਜੀ ਬੜੇ ਵਡਭਾਗਾਂ ਵਾਲੇ ਹੋ। ਆਪ ਜੀ ਦੀ ਗੁਰੂ ਚਰਨਾਂ ਦੇ ਨਾਲ ਐਸੀ ਲਿਵ ਲੱਗੀ ਹੈ, ਮੇਦਨ ਪਰ ਸਹਿਤਾ, ਕਿ ਜਿੰਨੀ ਧਰਤੀ ਹੈ ਉਹਦੇ ਸਾਰੇ ਭਾਰ ਨੂੰ ਸਹਿਣ ਵਾਲੇ ਹੋ, ਪਰ ਫਿਰ ਵੀ ਆਪ ਜੀ ਅਡੋਲ ਹੋ। ਭਾਵ ਕਿ ਜਿਤਨੀ ਸ੍ਰਿਸ਼ਟੀ ਹੈ, ਹੁਣ ਜਿਹੜਾ ਇੰਨਾ ਜ਼ਿਆਦਾ ਗੁਰੂ ਸਾਹਿਬ ਜੀ ਨੇ ਬਾਣੀ ਰਚੀ, ਇਹਦਾ ਕਾਰਨ ਕੀ ਸੀ? ਇਹਦਾ ਵੱਡਾ ਕਾਰਨ ਇਹ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਾਣਿਆ ਕਿ ਮਾਨਵਤਾ ਦੇ ਅੰਦਰ ਅਗਿਆਨ ਦਾ, ਅੰਧਕਾਰ ਦਾ, ਮਨਮੁਖਤਾ ਦਾ, ਹਉਮੈ ਦਾ ਇੰਨਾ ਜ਼ਿਆਦਾ ਗਹਿਰਾਈ ਹੈ, ਇੰਨਾ ਜ਼ਿਆਦਾ ਗੂੜੀ ਹੋ ਗਈ ਹੈ ਗਿਆਨ, ਹਉਮੈ, ਸਾਰਾ ਕੁਝ, ਕਿ ਇਹ ਸ਼ਬਦ ਦੇ ਵੱਡੇ ਪ੍ਰਵਾਹ ਨਾਲ ਹੀ ਮਿਟ ਸਕਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਹਰੇਕ ਪੱਖ ਦੇ ਨਾਲ ਜਿਹੜਾ ਮਨ ਦੀ ਸਮੁੱਚੀ ਸਾਧਨਾ ਨੂੰ ਪੂਰਾ ਕਰਦਾ, ਹਰੇਕ ਸ਼ਬਦ ਦੀ ਰਚਨਾ ਕੀਤੀ। ਇਸ ਕਰਕੇ ਕਹਿੰਦੇ ਸ਼ਬਦ ਰਚਨਾ ਕਰਕੇ ਮੇਦਨ ਪਰ ਸਹਿਤਾ, ਕਿ ਸਾਰੀ ਸ੍ਰਿਸ਼ਟੀ ਦੇ ਭਾਰ ਨੂੰ ਆਪਣੇ ਉੱਪਰ ਸਹਿਣ ਵਾਲੇ ਹੋ। ਆਪ ਸਾਰੀ ਸ੍ਰਿਸ਼ਟੀ ਦੀ ਕਲਿਆਣ ਕਰਨ ਦੇ ਲਈ ਆਪ ਜੀ ਆਪਣੇ ਨਿੱਜ ਸਰੂਪ ਦੇ ਸਾਰੀ ਸ੍ਰਿਸ਼ਟੀ ਦਾ ਭਾਰ ਸਹਾਰਦੇ ਹੋ। ਹੁਣ ਇਹਦੀ ਰਮਜ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਤੋਂ ਸਮਝ ਆ ਸਕਦੀ ਹੈ। ਸਾਨੂੰ ਲੱਗਦਾ ਇਕੱਲੀ ਸ਼ਹੀਦੀ ਹੈ, ਪਰ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਜੇ ਸਿਧਾਂਤਕ ਪੱਧਰ ਪਤਾ ਲੱਗ ਜਾਏ ਤਾਂ ਸਾਨੂੰ ਪਤਾ ਲੱਗੇਗਾ ਕਿ ਗੁਰੂ ਸਾਹਿਬ ਜੀ ਨੇ ਸਾਰੀ ਸ੍ਰਿਸ਼ਟੀ ਦਾ ਭਾਰ ਨਿਵਾਰਨ ਕੀਤਾ ਹੈ। ਕਿ ਜਿਹੜਾ ਸਿਧਾਂਤ ਜ਼ਿਕਰ ਕਰਦਾ ਸੀ ਕਿ ਮਾਲਕ ਦੀ ਰਚਨਾ ਉਹਦੇ ਵਿੱਚ ਪੂਰੀ ਨਹੀਂ ਸਮਾ ਸਕਦੀ, ਗੁਰੂ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੁਆਰਾ ਭਾਣੇ ਦਾ ਪੂਰਾ ਅਭਿਆਸ ਕਰਕੇ ਆਪਣੀ ਅਜ਼ਮਤ ਪ੍ਰਗਟਾ ਕੇ ਸਾਬਤ ਕਰ ਦਿੱਤਾ। ਇਹ ਪ੍ਰਮਾਣ ਪ੍ਰਗਟ ਕਰ ਦਿੱਤਾ ਕਿ ਮਾਲਕ ਦੀ ਰਚੀ ਹੋਈ ਰਚਨਾ ਉਹਦੇ ਵਿੱਚ ਪੂਰੀ ਦੀ ਪੂਰੀ ਸਮਾਉਣ ਵਾਲੀ ਹੈ, ਜੋ ਪੂਰੀ ਸ਼ੁੱਧਤਾ ਨੂੰ ਧਾਰਨ ਕਰ ਲਵੇ। ਇਸ ਕਰਕੇ ਕਹਿੰਦੇ ਮੇਦਨ ਪਰ ਸਹਿਤਾ, ਸਾਰੀ ਸ੍ਰਿਸ਼ਟੀ ਦੇ ਭਾਰ ਨੂੰ ਹਰਨ ਵਾਲੇ ਹੋ। ਭਏ ਭੰਜਨ ਪਰ ਪੀਰ ਨਿਵਾਰਨ, ਕਲ ਸਹਾਰ ਤੋਹੇ ਜਸ ਬਖਤਾ।
ਤੇ ਕਹਿੰਦੇ ਸਭ ਤਰ੍ਹਾਂ ਦੇ ਭੈ ਭਾਵ ਕੇ ਡਰਾਂ ਦਾ ਨਾਸ਼ ਕਰਨ ਵਾਲੇ ਹੋ। ਹੁਣ ਭੈ ਭੰਜਨ ਦਾ ਇੱਕ ਤਾਂ ਸਾਨੂੰ ਆਮ ਦੁਨਿਆਵੀ ਕਿਸਮ ਦੇ ਡਰ ਲੱਗਦੇ ਹਨ, ਪਰ ਜਿਹੜੇ ਥੋੜ੍ਹਾ ਬਹੁਤਾ ਸਿਮਰਨ ਅਭਿਆਸ ਵਿੱਚ ਗੁਜ਼ਰੇ ਹਨ, ਜਿਉਂ-ਜਿਉਂ ਸਿਮਰਨ ਦੇ ਵਿੱਚ ਬੰਦੇ ਦੀ ਸੁਰਤ ਗਹਿਰਾਈ ਵਿੱਚ ਚਲੀ ਜਾਂਦੀ ਹੈ, ਉਵੇਂ-ਉਵੇਂ ਜਿਹੜੇ ਮ੍ਰਿਤੂ ਸੰਕਟ ਦੇ ਵੱਡੇ ਭੈ ਹਨ ਉਹਨਾਂ ਨੂੰ ਆਪਣੇ ਅੰਦਰ ਉਹ ਮਹਿਸੂਸ ਕਰਦਾ ਹੈ। ਫਿਰ ਉਸ ਡਰ ਦੇ ਵਿੱਚੋਂ ਜਿਹੜਾ ਹੁਣ ਦੇਖੋ ਪ੍ਰਕਿਰਤਿਕ ਤੌਰ 'ਤੇ ਬੰਦੇ ਦੀ ਮੌਤ ਹੁੰਦੀ ਹੈ ਅਤੇ ਬੰਦਾ ਅੱਗੇ ਕਿਹੜੇ ਸਫ਼ਰ 'ਤੇ ਗਿਆ ਹੈ, ਸਾਨੂੰ ਉਹਦੀ ਕੋਈ ਪੀੜ ਨਹੀਂ ਹੈ, ਨਾ ਸਾਨੂੰ ਕੋਈ ਉਹਦਾ ਅਨੁਭਵ ਹੈ, ਨਾ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਨਾ ਕੁਝ ਸਾਡੇ ਕੋਲੋਂ ਜਾਣਨ ਦੇ ਵਸੀਲੇ ਨੇ। ਪਰ ਭੱਟ ਸਾਹਿਬਾਨ ਕਹਿੰਦੇ ਭੈ ਭੰਜਨ। ਹੁਣ ਭੈ ਭੰਜਨ ਦਾ ਜਿਹੜਾ ਸਿਖਰਲਾ ਅਨੁਭਵ ਹੈ ਕਿ ਜਦੋਂ ਸਿਮਰਨ ਦੇ ਵਿੱਚ ਸੁਰਤ ਗਹਿਰੀ ਚਲੀ ਜਾਂਦੀ ਹੈ ਤਾਂ ਫਿਰ ਜਿਹੜਾ ਜੀਵਨ ਅੰਧਕਾਰ ਦੇ ਵਿੱਚੋਂ ਗੁਜ਼ਰਿਆ ਹੁੰਦਾ ਹੈ, ਕਿਉਂਕਿ ਮਾਲਕ ਨੇ ਪੂਰੀ ਤਰ੍ਹਾਂ ਸ਼ੁੱਧ ਕਰਨਾ ਹੈ। ਜਿਵੇਂ ਬੱਚਾ ਇੱਕ ਕਲਾਸ ਦੇ ਵਿੱਚੋਂ ਫੇਲ ਹੋ ਜਾਵੇ ਤਾਂ ਠੀਕ ਹੈ ਕਿ ਉਹ ਅਗਲੀ ਕਲਾਸ ਦੇ ਵਿੱਚ ਬਹੇਗਾ, ਪਰ ਉਹਨੂੰ ਪਾਸ ਕਰਕੇ ਅਗਲੀ ਕਲਾਸ 'ਚ ਜਾਏਗਾ। ਜਦੋਂ ਸਿਮਰਨ ਅਭਿਆਸ ਵਿੱਚ ਕੋਈ ਬੰਦਾ ਗਹਿਰਾ ਜਾਂਦਾ ਹੈ ਅਤੇ ਉਹਦੇ ਪੂਰਬਲੇ ਜਨਮ ਦੇ ਜਿਹੜੇ ਐਸੇ ਕਰਮ ਜਿਹੜੇ ਪਵਿੱਤਰ ਨਹੀਂ ਰਹੇ ਸਨ, ਫਿਰ ਉਹਨੂੰ ਮ੍ਰਿਤੂ ਦੇ ਸੰਕਟ ਵਾਂਗ ਆਪਣੇ ਜੀਵਨ ਦੇ ਵਿੱਚ ਸਹਾਰਨੇ ਪੈਂਦੇ ਹਨ। ਕਿਸੇ ਦਫਾ ਕਿਸੇ ਨਾਲ ਮੈਂ ਅਨੁਭਵ ਸਾਂਝਾ ਕੀਤਾ ਸੀ ਕਿ ਜਿਹਦੀ ਕਿਤੇ ਸਿਮਰਨ ਦੇ ਵਿੱਚ ਗਹਿਰੀ ਸੁਰਤ ਚਲੀ ਜਾਵੇ, ਇੱਕ ਅਵਸਥਾ ਐਸੀ ਆਉਂਦੀ ਹੈ, ਇਉਂ ਲੱਗਦਾ ਕਿ ਇਸ ਦੇਹ ਦੇ ਵਿੱਚ ਪ੍ਰਾਣ ਨਹੀਂ ਹਨ। ਫਿਰ ਬੰਦਾ ਆਪਣੇ ਗਲੇ ਨੂੰ ਨੱਪ ਕੇ ਦੇਖਦਾ ਕਿ ਵਾਕਿਆ ਸਾਹ ਚੱਲ ਰਿਹਾ ਕਿ ਨਹੀਂ। ਉਹਨੂੰ ਇਉਂ ਵੀ ਲੱਗਦਾ ਕਿ ਮੇਰੀ ਆਵਾਜ਼ ਚਲੀ ਗਈ ਹੈ, ਉੱਚੀ ਚੀਕ ਮਾਰ ਕੇ ਵੀ ਦੇਖਦਾ ਮੇਰੀ ਆਵਾਜ਼ ਹੈ ਕਿ ਨਹੀਂ। ਫਿਰ ਬਾਅਦ ਦੇ ਵਿੱਚ ਲੱਗਦਾ ਮੇਰਾ ਪੂਰਾ ਸਰੀਰ ਸਾਬਤ ਹੈ ਕਿ ਨਹੀਂ, ਕੰਧ ਨਾਲ ਟੱਕਰ ਮਾਰ ਕੇ ਵੀ ਦੇਖਦਾ ਹੈ, ਕਿਉਂਕਿ ਉੱਥੇ ਉਹਦੇ ਅੰਦਰ ਇੱਕ ਮੌਤ ਦਾ ਵੱਡਾ ਉਸ ਵਕਤ ਰੈਲਮ ਵਾਪਰ ਰਿਹਾ ਹੁੰਦਾ ਹੈ ਅਤੇ ਉਹਨੂੰ ਸ਼ਬਦ ਦੀ ਮੌਤ ਕਿਹਾ ਜਾਂਦਾ ਕਿ ਸ਼ਬਦ ਵਿੱਚ ਮਰਨਾ ਕੀ ਹੁੰਦਾ ਹੈ। ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਅਧਿਆਤਮਿਕ ਅਵਸਥਾ 'ਤੇ ਗੁਜ਼ਰਦਿਆਂ ਵੱਡੇ ਡਰ ਬਣਦੇ ਹਨ, ਜਿਹਨੂੰ ਪਾਰ ਕਰ ਸਕਣਾ ਬੰਦੇ ਦੀ ਸਮਰੱਥਾ ਨਹੀਂ ਹੈ। ਉਹ ਵੀ ਗੁਰੂ ਸਾਹਿਬ ਜੀ ਆਪ ਜੀ ਉਹਨਾਂ ਨੂੰ ਭੰਜਨ ਹੋ, ਤਾਂ ਕਰਕੇ ਉਹਦੇ ਵਿੱਚ ਜ਼ਿਕਰ ਆਇਆ ਨਾ, ਅਨਕ ਬੰਧਨ ਭਾਵ ਕਿ ਡੰਡੌਤ ਬੰਧਨ ਅਨਕ ਵਾਰ ਸਰਬ ਕਲਾ ਸਮਰੱਥ। ਉੱਥੇ ਇਸ ਤਰ੍ਹਾਂ ਦਾ ਥੋੜ੍ਹਾ ਕਹਿ ਦਿੱਤਾ। ਹੁਣ ਅਸੀਂ ਥੋੜ੍ਹਾ ਬਾਣੀ ਪੜ੍ਹਨ ਲੱਗੀ ਤਾਂ ਉਸ ਤੋਂ ਪਹਿਲਾਂ ਪੰਕਤੀ ਪੜ੍ਹ ਲੈਂਦੇ ਹਾਂ। ਬਾਣੀ ਪੜ੍ਹਦਾ ਕੀ ਡੋਲੋਗੇ ਆਪ ਜੀ? ਡੋਲਦਾ ਤਾਂ ਬੰਦਾ ਉੱਥੇ ਹੈ ਜਦੋਂ ਮੌਤ ਸਾਹਮਣੇ ਹੋਵੇ। ਉਂਝ ਕੌਣ ਡੋਲਦਾ ਹੈ? ਦੁੱਖ ਆ ਜੇ ਤੇ ਲੱਗੇ ਡਾਕਟਰਾਂ ਦਾ ਡਾਟਾ ਕੱਢ ਕੇ ਬਹਿ ਜਾਂਦੇ ਕਿ ਆਹ ਡਾਕਟਰ ਸਾਡੇ ਕੰਮ ਆ ਜਾਣਾ, ਬੰਦਾ ਕੰਮ ਆ ਜਾਣਾ। ਮੌਤ ਹੋਵੇ ਤਾਂ ਫਿਰ ਕੋਈ ਵਸੀਲੇ ਦਾ ਅਸੀਂ ਨਾ ਤਾਂ ਗੁਮਾਨ ਕਰਦੇ ਹਾਂ, ਨਾ ਉਹਦੇ ਸਾਹਮਣੇ ਰੱਖਦੇ ਹਾਂ। ਮੌਤ ਦੇ ਸਾਹਮਣੇ ਫਿਰ ਅਕਾਲ ਪੁਰਖ ਨੂੰ ਯਾਦ ਕਰਦੇ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ, ਪਏ ਭੰਜਨ ਪਰ ਪੀਰ ਨਿਵਾਰ। ਪਰਾਈ ਪੀੜ ਨੂੰ ਨਿਵਾਰਨ ਕਰਨ ਵਾਲੇ, ਹੱਲ ਕਰਨ ਵਾਲੇ ਹੋ। ਕੱਲ ਸਹਾਰ ਤੋਹੇ ਜਸ ਬਖਤਾ। ਭੱਟ ਕੱਲ ਜੀ ਆਖਦੇ ਹਨ, ਹੇ ਗੁਰੂ ਅਰਜਨ ਦੇਵ ਸਾਹਿਬ ਜੀ, ਐਸੇ ਸਰੂਪ ਵਾਲੇ ਮੈਂ ਤੁਹਾਡੇ ਜਸ ਦਾ ਉਚਾਰਨ ਕਰਦਾ ਹਾਂ। ਕੁਲ ਸੋਢੀ ਗੁਰ ਰਾਮਦਾਸ, ਤਨ ਧਰਮ ਤੁਜਾ ਅਰਜੁਨ ਹਰ ਭਗਤਾ। ਕਿ ਸੋਢੀ ਕੁਲ ਦੇ ਵਿੱਚ ਪ੍ਰਗਟੇ ਗੁਰੂ ਰਾਮਦਾਸ ਸਾਹਿਬ ਜੀ, ਉਹਨਾਂ ਦੇ ਕੁਲ ਦੇ ਵਿੱਚ ਪ੍ਰਗਟੇ ਗੁਰੂ ਅਰਜਨ ਦੇਵ ਸਾਹਿਬ ਜੀ। ਧਰਮ ਤੁਜਾ, ਆਪ ਜੀ ਦਾ ਜੀਵਨ ਧਰਮ ਦਾ ਨਿਸ਼ਾਨ ਹੈ, ਅਤੇ ਉਸੇ ਕੁਲ ਦੇ ਵਿੱਚ ਧਰਮ ਦੇ ਨਿਸ਼ਾਨ ਨੂੰ ਧਾਰਨ ਕਰਕੇ ਆਪ ਜੀ ਭਗਤ ਸਰੂਪ ਹੋ ਕੇ ਪ੍ਰਗਟੇ ਹੋ, ਭਾਵ ਕੇ ਸਾਰੇ ਸੰਸਾਰ ਨੂੰ ਨਿਵਾਜਿਸ਼ ਕਰਨ ਵਾਲੇ। ਇਸ ਪ੍ਰਕਾਰ ਭੱਟ ਸਾਹਿਬਾਨ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਰਮ ਅਕਥ ਅਗੋਚਰ ਸਰੂਪ ਦੀ ਸਿਫਤ ਕਥਦੇ ਹਨ। ਭੱਟ ਸਾਹਿਬਾਨਾਂ ਨੇ ਜ਼ਿਕਰ ਕੀਤਾ ਹੈ ਕਿ ਜਿਹੜੇ ਗੁਰੂ ਸਾਹਿਬ ਜੀ ਦੀ ਜੈ ਜੈਕਾਰ ਸਾਰੇ ਸੰਸਾਰ ਵਿੱਚ ਹੋ ਰਹੀ ਹੈ, ਅਤੇ ਜਿਹੜੇ ਸਾਰੇ ਸੰਸਾਰ ਨੂੰ ਸੁਭਾਗ ਬਖਸ਼ਣ ਵਾਲੇ ਹਨ, ਜਿਹੜੇ ਸਤਿਗੁਰੂ ਸਾਹਿਬ ਜੀ ਸਾਰੀ ਸ੍ਰਿਸ਼ਟੀ ਦੇ ਭਾਰ ਨੂੰ ਹਰਨ ਵਾਲੇ ਹਨ, ਜਿਹੜੇ ਸਾਰੇ ਡਰਾਂ ਦਾ ਨਾਸ਼ ਕਰਕੇ ਪਰਾਈ ਪੀੜ ਨੂੰ ਹਰ ਕੇ ਉਹਦੇ ਅੰਦਰ ਸੀਤਲ ਸੁੱਖ ਦਾ ਪ੍ਰਕਾਸ਼ ਕਰ ਦਿੰਦੇ ਹਨ। ਭੱਟ ਸਾਹਿਬਾਨ ਜੀ ਆਖਦੇ ਨੇ ਕਿ ਮੈਂ ਐਸੇ ਸਤਿਗੁਰੂ ਸਾਹਿਬ ਜੀ ਦੀ ਸਿਫਤ ਉਚਾਰਨ ਕਰਦਾ ਹਾਂ। ਇਸ ਕਰਕੇ ਕੁਲ ਸੋਢੀ ਗੁਰ ਰਾਮਦਾਸ, ਧਨ ਧਰਮ ਤੁਜਾ ਅਰਜੁਨ ਹਰ ਭਗਤਾ। ਕਿ ਗੁਰੂ ਸਾਹਿਬ ਜੀ ਧਰਮ ਦਾ ਉੱਚਾ ਧਵਜ ਭਾਵ ਨਿਸ਼ਾਨ ਹਨ ਕਿ ਉਹਨਾਂ ਦੇ ਕਿਸੇ ਗੁਣ ਸਰੂਪ ਦਾ ਧਿਆਨ ਧਰਨ ਦੇ ਨਾਲ ਹੀ ਜੀਵਨ ਦੇ ਵਿੱਚ ਧਰਮ ਦੀ ਸ਼ੁਭ ਸਾਧਨਾ ਕਾਇਮ ਹੋ ਜਾਂਦੀ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਆਪਣੇ ਅਗੰਮ ਅਗੋਚਰ ਅਕਥ ਸਰੂਪ ਦੀ ਸਿਫਤ ਸਲਾਹ ਦਾ ਗਿਆਨ ਭਾਵ, ਸ਼ਰਧਾ ਭਾਵ, ਜਗਿਆਸੂ ਭਾਵ ਸਾਡੇ ਸਾਰਿਆਂ ਦੇ ਜੀਵਨ ਵਿੱਚ ਸਫੁਰ ਕਰ ਦੇਣ ਜੀ। ਸਾਡਾ ਸਾਰਿਆਂ ਦਾ ਇੱਥਿਆਂ ਦਾ ਆਇਆ ਸਫਲਾ ਹੋਵੇ ਜੀ।
ਪਾਵਨ ਲੜੀਵਾਰ ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਦੀ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।